मशहूर पंजाबी सिंगर बड़े थोड़े समय ਦੇ ਵਿੱਚ ਨਾਮ ਨਾ ਖੱਟਣ ਵਾਲਾ ਤੇ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਦੇ ਵਾਂਗ ਉਸ ਹਾਈਪ ਤੇ ਜਾਣਾ ਸ਼ੁਭ ਤੇ ਬੰਬੇ ਦੇ ਵਿੱਚ ਉਹਦਾ ਸ਼ੋਅ ਜਿਹੜਾ ਉਹ ਹੁਣ ਉਹ ਰੱਦ ਹੋਣ ਦੀ ਕਗਾਰ ਤੇ ਆ ਗਿਆ। ਦੇਖੋ ਇਹ ਕਹਿ ਸਕਦੇ ਹਾਂ ਕਿ ਸ਼ੁਭ ਲਈ ਪੰਜਾਬੀਆਂ ਲਈ ਖਾਸ ਕਰਕੇ ਘੜੀ ਅਸ਼ੁਭ ਚੱਲ ਰਹੀ ਹੈ। ਜਿਸ ਪੀਕ ਤੇ ਮੂਸੇਵਾਲਾ ਗਿਆ ਤੇ ਉਹ ਵੀ ਬਹੁਤ ਘੱਟ ਸਮੇਂ ਦੇ ਵਿੱਚ ਉਸੇ ਲੀਹ ਤੇ ਤੁਰਦਾ ਹੋਇਆ ਉਸ ਪੀਕ ਵੱਲ ਨੂੰ ਵੱਧ ਰਿਹਾ ਸੀ। ਦੁਨੀਆ ਦੇ ਚੋਟੀ ਦੇ ਸਟਾਰ ਕਲਾਕਾਰ ਜਿਹੜੇ ਆ ਉਹਨੂੰ ਫੋਲੋ ਕਰਦੇ ਸੀ। ਇੱਕ ਆਪਣੇ ਇੰਸਟਾਗ੍ਰਾਮ ਤੋਂ ਜੋ ਗੱਲ ਸੁਣਨ ਦੇ ਵਿੱਚ ਆਈ ਹੈ ਕਿ ਕੋਈ ਕੁਝ ਮਹੀਨੇ ਪਹਿਲਾਂ ਕੁਝ ਸਮਾਂ ਪਹਿਲਾਂ ਇੱਕ ਨਕਸ਼ਾ ਜਿਹੜਾ ਹੈ ਉਹ ਸਾਂਝਾ ਕੀਤਾ। ਉਹ ਨਕਸ਼ੇ ਦੇ ਉੱਤੇ ਵਿਵਾਦ ਹੋਇਆ ਤੇ ਉਹਨੂੰ ਵੱਖਵਾਦ ਨਾਲ ਵੇਖਿਆ ਗਿਆ ਤੇ ਉਹਨੂੰ ਖਾਲਿਸਤਾਨ ਦੇ ਨਾਲ ਜੋੜ ਦਿੱਤਾ ਗਿਆ। ਇੱਕ ਗੱਲ ਤਾਂ ਮੈਂ ਇੱਥੇ ਇਹ ਗੱਲ ਬੜੀ ਸਪਸ਼ਟ ਤੌਰ ਦੇ ਉੱਤੇ ਕਹਿਣਾ ਚਾਹੁੰਦਾ, ਹਰ ਸਿੱਖ ਨੂੰ ਤੁਸੀਂ ਖਾਲਿਸਤਾਨੀ ਨਹੀਂ ਕਹਿ ਸਕਦੇ। ਬਿਨਾਂ ਸ਼ੱਕ ਦੋਨਾਂ ਮੁਲਕਾਂ ਦੇ ਚੰਗੇ ਰਿਸ਼ਤੇ ਚਾਹੁਣ ਵਾਲੇ ਲੋਕਾਂ ਨੂੰ ਕਿਤੇ ਨਾ ਕਿਤੇ ਫਿਕਰ ਖੜਾ ਹੋ ਰਿਹਾ ਹੈ ਕਿ ਇਹ ਮਾਮਲੇ ਨੂੰ ਇਸ ਤਰ੍ਹਾਂ ਦੀ ਰੰਗਤ ਦੇਣੀ ਜ਼ਰੂਰੀ ਸੀ ਜਾਂ ਫਿਰ ਰਾਜਨੀਤਿਕ ਬਿਹਾਫ ਤੇ ਇਹਨੂੰ ਇਹ ਰੰਗਤ ਦਿੱਤੀ ਜਾ ਰਹੀ ਹੈ। ਪਰਮਾਣੂ ਬੰਬਾਂ ਦੇ ਯੁੱਧ ਵੀ ਟੇਬਲ ਟਾਕ ਦੇ ਉੱਤੇ ਹੱਲ ਹੋਏ। ਜਦੋਂ G20 ਸੰਮੇਲਨ ਦੇ ਦੌਰਾਨ ਟਰੂਡੋ ਹੁਰੀ ਆਉਂਦੇ ਆ, ਜੇਕਰ ਉਦੋਂ ਕੋਈ ਸਵਾਲ ਪੁੱਛਿਆ ਗਿਆ, ਜੇ ਉਦੋਂ ਹੀ ਤਸੱਲੀ ਵਾਲਾ ਜਵਾਬ ਦੇ ਦਿੱਤਾ ਜਾਂਦਾ, ਉਸ ਤੋਂ ਬਾਅਦ ਫਿਰ ਉਹਨਾਂ ਦੇ ਜਹਾਜ਼ ਦੀ ਦੇਰੀ ਹੋਣੀ, ਜਾਣ ਦੇ ਵਿੱਚ ਦੇਰੀ ਹੋਣੀ। ਉੱਥੋਂ ਜਾਂਦੇ ਹੀ ਜਿਹੜਾ ਹੈ ਹਰਦੀਪ ਨਿੱਜਰ ਕਤਲ ਮਾਮਲੇ ਦੇ ਵਿੱਚ ਭਾਰਤੀ ਏਜੰਸੀ ਦੀ ਭੂਮਿਕਾ ਦੇ ਉੱਤੇ ਸ਼ੱਕ ਕਰਨ ਦਾ ਬਿਆਨ ਆਉਣਾ ਔਰ ਫਿਰ ਉੱਧਰੋਂ ਜਿਹੜਾ ਹੈ ਉਹਨਾਂ ਦਾ ਸਫੀਰ ਬਰਖਾਸਤ ਕਰਨਾ ਤੇ ਇੱਧਰੋਂ ਬਰਖਾਸਤ ਕਰਨਾ। ਬੇਸਿਕਲੀ ਹੁੰਦਾ ਕੀ ਹੈ, ਇਹਨੂੰ ਕਹਿੰਦੇ ਆ ਡਿਪਲੋਮੈਟਿਕ ਪ੍ਰੈਸ਼ਰ ਬਿਲਟ ਕਰਨਾ। ਇਹਦੇ ਵਿੱਚ ਇਹ ਹੈ ਕਿ ਇੰਡੀਆ ਵੀ ਆਪਣੀ ਪਾਵਰ ਦਿਖਾ ਰਿਹਾ ਹੈ। ਜੇ ਕੋਈ ਐਕਸ਼ਨ ਕੈਨੇਡਾ ਵੱਲੋਂ ਲਿਆ ਗਿਆ ਤੇ ਇੰਡੀਆ ਇਸ ਹਾਲਤ ਦੇ ਵਿੱਚ ਗੱਲ ਕਰ ਰਿਹਾ ਹੈ, ਇਸ ਸਥਿਤੀ ਦੇ ਵਿੱਚ ਗੱਲ ਕਰ ਰਿਹਾ ਕਿ ਮੈਂ ਵੀ ਹੁਣ ਕਿਸੇ ਨਾਲੋਂ ਘੱਟ ਨਹੀਂ, ਤੇ ਉਥੋਂ ਨਹਿਲੇ ਦਾ ਦਹਿਲਾ ਮੋੜਿਆ ਜਾ ਰਿਹਾ। ਪਰ ਇਸ ਸਭ ਦੇ ਦਰਮਿਆਨ ਨੁਕਸਾਨ ਵਿਦਿਆਰਥੀਆਂ ਦਾ ਹੋਣਾ, ਰੁਜ਼ਗਾਰ ਭਾਲਦੇ ਫਿਰਦੇ ਲੋਕਾਂ ਦਾ ਹੋਣਾ। ਇਹਦੇ ਵਿੱਚ ਬਾਰ-ਬਾਰ ਇਹ ਚੀਜ਼ ਜਿਹੜੀ ਜਤਾਈ ਜਾ ਰਹੀ ਆ ਕਿਤੇ ਨਾ ਕਿਤੇ ਇਹ ਕਹਿ ਕੇ ਕਿ ਸਿੱਖਾਂ ਦੀ ਵੋਟਿੰਗ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ, ਜਦ ਕਿ ਹਿੰਦੂ ਵੀ ਲੋਕ ਸਾਡੇ ਉੱਥੇ ਭਾਰਤੀ ਆ ਉਨੀ ਗਿਣਤੀ ਦੇ ਵਿੱਚ ਉੱਥੇ ਬੈਠੇ ਹੋਏ ਆ। ਕਿ ਮਹਿਜ਼ ਇਹ ਵੋਟਿੰਗ ਦਾ ਕਰਕੇ ਟਰੂਡੋ ਨੇ ਕੀਤਾ ਹੋਇਆ ਜਾ ਸਕਦਾ ਜਾਂ ਫਿਰ ਉਹਨਾਂ ਦੀ ਸਪੀਚ ਦੇ ਵਿੱਚ ਜਿਵੇਂ ਕਿਹਾ ਗਿਆ ਕਿ ਮੇਰੇ ਦੇਸ਼ ਦੇ ਨਾਗਰਿਕ ਨੂੰ ਕੋਈ ਨੁਕਸਾਨ ਮੈਂ ਨਹੀਂ ਪਹੁੰਚਾ ਸਕਦਾ, ਜਾਂ ਫਿਰ ਇਹੀ ਚੀਜ਼ ਦੇ ਉੱਤੇ ਉਹ ਫੋਕਸ ਕਰ ਰਹੀ ਸੀ ਕਿ ਸਿੱਖਾਂ ਨੂੰ ਉੱਥੇ ਵੱਧ ਤਰਜੀਹ ਦਿੱਤੀ ਜਾਂਦੀ ਹੈ, ਉੱਥੇ ਖਾਲਿਸਤਾਨੀਆਂ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ। ਫਿਰ ਗੱਲ ਇਹ ਹੈ ਕਿ ਉਨੇ ਹੀ ਹਿੰਦੂ ਨੇ। ਤੁਹਾਡੀ ਗੱਲ ਠੀਕ ਹੈ, ਵੱਡੀ ਹੈ ਤੁਹਾਡੀ ਗੱਲ। ਜੇ ਉਨੇ ਹੀ ਹਿੰਦੂ ਨੇ ਤੇ ਫਿਰ ਕੋਈ ਬੰਦਾ ਜੇ ਇਹਨੂੰ ਵੋਟ ਦੀ ਨਜ਼ਰ ਨਾਲ ਦੇਖਦਾ ਤੇ ਫਿਰ ਉਹਨੂੰ ਉਹ ਵੋਟ ਦਾ ਵੀ ਉਨਾ ਹੀ ਫਿਕਰ ਹੋਊਗਾ। ਤੇ 84 ਦੇ ਦੰਗਿਆਂ ਦੇ ਜ਼ਖਮ ਜਿਹੜੇ ਆ ਸਿੱਖ ਮਨਾਂ ਦੇ ਉੱਤੇ ਕਹਿ ਸਕਦੇ ਹਾਂ ਕਿ ਉਵੇਂ ਦੇ ਉਵੇਂ ਕਿਤੇ ਅੱਲੇ ਪਏ ਸੀ ਤੇ ਜ਼ਰਾ ਜਿਹੜਾ ਖਰੀਦ ਆ ਰਿਹਾ ਸੀ ਅੱਜ ਫਿਰ ਤੋਂ ਉੱਚੜ ਗਿਆ। ਸੱਜਣ ਕੁਮਾਰ ਨੂੰ ਉਹਨਾਂ ਦੰਗਿਆਂ ਦੇ ਮਾਮਲੇ 'ਚ ਕਿਤੇ ਨਾ ਕਿਤੇ ਆਸ ਸੀਗੀ ਕਿ ਸਜ਼ਾ ਹੋਊਗੀ ਤੇ ਸ਼ਾਇਦ ਕੁਝ ਸਕੂਨ ਜਿਹੜਾ ਜ਼ਰੂਰ ਮਿਲੂਗਾ। ਅੱਜ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ। ਕਿਵੇਂ ਦੇਖਦੇ ਹੋ? ਮੈਂ ਕਦੇ ਵੀ ਨਾ 84 ਨੂੰ ਦੰਗੇ ਦੀ ਨਜ਼ਰ ਨਾਲ ਨਹੀਂ ਵੇਖਦਾ। ਮੈਂ ਉਸ ਨੂੰ ਕਤਲੋ-ਗਾਰਤ ਤੇ ਨਸਲਕੁਸ਼ੀ ਕਹਿਣਾ। ਉਹ ਪਾਰਟਿਕੂਲਰ ਕਹਿ ਕੇ ਕੀਤਾ ਗਿਆ ਵਰਤਾਰਾ ਸੀ। ਕਿਵੇਂ ਜਿਹੜਾ ਹੈ ਕੰਮ ਦੇ ਵਿੱਚ ਘਾਟ ਰਹੇਗੀ ਜਾਂ ਕਿਸੇ ਦੀ ਸੋਚ ਮਨਸ਼ਾ ਦੇ ਵਿੱਚ ਘਾਟ ਰਹੇਗੀ ਜਾਂ ਇਹਨੂੰ ਇੰਨਾ ਲੰਬਾ ਪਾ ਦਿੱਤਾ ਗਿਆ ਕਿ ਸਬੂਤ ਜਿਹੜੇ ਆ ਉਹ ਖਤਮ ਹੁੰਦੇ ਗਏ ਤੇ ਅਖੀਰ ਦੇ ਵਿੱਚੋਂ ਉਹ ਬੰਦਾ ਬਰੀ ਹੋ ਜਾਂਦਾ ਹੈ, ਜਿਹੜਾ ਕਿ 2 ਕੇਸਾਂ ਦੇ ਵਿੱਚ ਆਲਰੇਡੀ ਉਮਰ ਕੈਦ ਲਈ ਸਜ਼ਾ ਯਾਫਤਾ ਹੋਵੇ ਔਰ ਉਹਦੀ ਭੂਮਿਕਾ ਪਾਈ ਗਈ ਹੋਵੇ। ਜੇ 2 ਜਗ੍ਹਾ ਦੇ ਉੱਤੇ ਉਹ ਸਿੱਖਾਂ ਦੀ ਨਸਲਕੁਸ਼ੀ ਦੇ ਵਿੱਚ ਇਨਵੋਲਵ ਹੈ ਤੇ ਤੀਜੀ ਜਗ੍ਹਾ ਤੋਂ ਬਰੀ ਹੋ ਜਾਂਦਾ ਹੈ, ਫਿਰ ਲੋਕ ਮਨਾਂ ਦੇ ਵਿੱਚ ਉਹਨਾਂ ਦੀ ਅਗਲੀਆਂ ਪੀੜ੍ਹੀਆਂ ਦੇ ਵਿੱਚ ਜਨਰੇਸ਼ਨਸ ਦੇ ਵਿੱਚ ਚੀਜ਼ਾਂ ਸਹਿ ਸੁਭਾ ਕੇ ਆਉਂਦੀਆਂ ਨੇ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਜੀ, ਮੈਂ ਹਾਂ ਰਮਨ ਧੂਰ। ਲਗਾਤਾਰ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਜਿਹੜਾ ਤਣਾਅ ਵੱਧ ਰਿਹਾ ਜਾਂ ਫਿਰ ਇਹ ਵੱਧਦਾ ਦਿਖਾਇਆ ਜਾ ਰਿਹਾ ਹੈ। ਇੱਥੋਂ ਡਿਪਲੋਮੈਟ ਨੂੰ ਜਦੋਂ ਹੀ ਭਾਰਤੀ ਡਿਪਲੋਮੈਟ ਨੂੰ ਕੈਨੇਡਾ ਦੇ ਵਿੱਚੋਂ ਰੁਖਸਤ ਕੀਤਾ ਗਿਆ, ਨਾਲ ਦੀ ਨਾਲ ਸੇਮ ਐਕਸ਼ਨ ਜਿਹੜਾ ਭਾਰਤ ਵੱਲੋਂ ਕੀਤਾ ਜਾਂਦਾ ਔਰ ਕੈਨੇਡਾ ਨੇ ਆਪਣੇ ਨਾਗਰਿਕ ਜਿੰਨੇ ਵੀ ਭਾਰਤ ਦੇ ਵਿੱਚ ਘੁੰਮਣ ਫਿਰਨ ਆਏ ਆ ਉਹਨਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਉਸ ਤੋਂ ਬਾਅਦ ਭਾਰਤ ਨੇ ਵੀ ਸੇਮ ਐਕਸ਼ਨ ਜਿਹੜਾ ਕੀਤਾ। ਇਹਨਾਂ तमाम ਚੀਜ਼ਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਕੇ ਜੁੜਦੀਆਂ ਨੇ ਤੇ ਇਹਦੇ ਨਾਲ ਕੋਰਟ ਦੇ ਵੱਲੋਂ ਸੋਸ਼ਲ ਮੀਡੀਆ ਦੇ ਆਦੀ ਹੋ ਰਹੇ ਛੋਟੇ ਬੱਚਿਆਂ ਦੇ ਬਾਰੇ 'ਚ ਖਾਸ ਟਿੱਪਣੀ ਕੀਤੀ ਗਈ। ਇਹਨਾਂ तमाम ਚੀਜ਼ਾਂ ਦੇ ਬਾਰੇ ਚਰਚਾ ਕਰਾਂਗੇ। ਮੇਰੇ ਨਾਲ ਮੇਰੇ ਸਾਥੀ ਨਵਜੋਤ ਧਾਲੀਵਾਲ ਨੇ। ਬਹੁਤ-ਬਹੁਤ ਸਵਾਗਤ ਜੀ।
ਕੈਨੇਡਾ ਔਰ ਭਾਰਤ ਦਾ ਜੋ ਵੀ ਮਾਮਲਾ ਹੁਣ ਵੱਧ ਰਿਹਾ ਔਰ ਚਰਚਾ ਜਿਹੜੀ ਆ ਬੜੇ ਅਜੀਬੋ ਗਰੀਬ ਤਰੀਕੇ ਦੇ ਨਾਲ ਹੋ ਰਹੀ ਆ, ਚਾਹੇ ਉਹ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਹੋਵੇ, ਚਾਹੇ ਟੀਵੀ ਚੈਨਲਾਂ ਦੇ ਜ਼ਰੀਏ, ਹਰ ਇੱਕ ਦਾ ਆਪਣੇ ਤਰੀਕੇ ਦੇ ਨਾਲ ਉਹਨੂੰ ਐਕਸਪਲੇਨੇਸ਼ਨ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਬਿਨਾਂ ਸ਼ੱਕ ਦੋਨਾਂ ਮੁਲਕਾਂ ਦੇ ਚੰਗੇ ਰਿਸ਼ਤੇ ਚਾਹੁਣ ਵਾਲੇ ਲੋਕਾਂ ਨੂੰ ਕਿਤੇ ਨਾ ਕਿਤੇ ਫਿਕਰ ਖੜਾ ਹੋ ਰਿਹਾ ਹੈ। ਕੀ ਇਹ ਮਾਮਲੇ ਨੂੰ ਇਸ ਤਰ੍ਹਾਂ ਦੀ ਰੰਗਤ ਦੇਣੀ ਜ਼ਰੂਰੀ ਸੀ ਜਾਂ ਫਿਰ ਰਾਜਨੀਤਿਕ ਬਿਹਾਫ ਤੇ ਇਹਨੂੰ ਇਹ ਰੰਗਤ ਦਿੱਤੀ ਜਾ ਰਹੀ ਹੈ? ਦੇਖੋ, ਰਾਜਨੀਤੀ ਤਾਂ ਕੰਮ ਕਰਦੀ ਹੈ, ਰਾਜ ਕਰਨ ਦੀ ਨੀਤੀ ਕਰਕੇ ਹੀ ਇਹ ਸਭ ਕੁਝ ਹੋ ਰਿਹਾ ਹੈ, ਪਰ ਇਹਦੇ ਪਿੱਛੇ ਹੋਰ ਵੀ ਬਹੁਤ ਅਹਿਮ ਗੱਲਾਂ ਨੇ ਰਮਨ ਜੀ, ਜਿਹੜੀ ਕਿ ਮਤਲਬ ਅਸੀਂ ਦੋਵਾਂ ਨੇਸ਼ਨ ਦੀ ਜਿਹੜੀ ਕ੍ਰੈਡੀਬਿਲਿਟੀ ਹੈ, ਉਹਨਾਂ ਦੀ ਜਿਹੜੀ ਪ੍ਰਭੂ ਸੱਤਾ, ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਪ੍ਰੋਗਰਾਮ ਦੇ ਜ਼ਰੀਏ ਲੋਕਾਂ ਨਾਲ ਤਾਂ ਨਹੀਂ ਡਿਸਕਲੋਜ਼ ਕਰ ਸਕਦੇ। ਜਿਵੇਂ ਏਜੰਸੀਜ਼ ਕਈ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਡਿਸਕਲੋਜ਼ ਨਹੀਂ ਕਰਦੇ। ਇਹਦੇ ਪਿੱਛੇ ਜਿੱਥੇ ਇਕਨੋਮਿਕ ਮਸਲੇ ਖੜੇ ਆ, ਉੱਥੇ ਸਿਆਸੀ ਮਸਲੇ ਤਾਂ ਹੈ ਹੀ ਆ, ਪਰ ਕੋਈ ਵੀ ਮਸਲਾ ਅੱਜ ਤੱਕ ਇਸ ਦੁਨੀਆ ਤੇ ਅਜਿਹਾ ਨਹੀਂ ਹੈ ਜਿਹੜਾ ਕਿ ਗੱਲਬਾਤ ਦੇ ਨਾਲ ਹੱਲ ਨਾ ਹੋਇਆ ਹੋਵੇ। ਪਰਮਾਣੂ ਬੰਬਾਂ ਦੇ ਯੁੱਧ ਵੀ ਟੇਬਲ ਟਾਕ ਦੇ ਉੱਤੇ ਹੱਲ ਹੋਏ ਆ। ਸੋ ਕੈਨੇਡਾ ਨੇ ਭਾਰਤ ਦੀ ਬਹੁਤ ਵੱਡੀ ਵਸੋਂ ਨੂੰ ਸਾਂਭਿਆ, ਬਹੁਤ ਵੱਡੀ ਵਸੋਂ ਨੂੰ ਰੋਜ਼ਗਾਰ ਵੀ ਦਿੱਤਾ। ਇੱਥੋਂ ਲੋਕਾਂ ਨੇ ਪ੍ਰਵਾਸ ਤੇ ਹਿਜਰਤ ਇਸ ਕਰਕੇ ਕੀਤੀ ਕਿ ਉਹਨਾਂ ਕੋਲੇ ਰੋਜ਼ਗਾਰ ਨਹੀਂ ਸੀ ਜਾਂ ਬਿਹਤਰ ਰੋਜ਼ਗਾਰ ਨਹੀਂ ਸੀ। ਬੰਦਾ ਜ਼ਿੰਦਗੀ ਦੇ ਆਪਣੇ ਸਟੈਂਡਰਡ ਨੂੰ ਅਪ ਕਰਨ ਲਈ ਜਾਂ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰਨ ਨੂੰ ਜਾਂ ਇੱਕ ਖੁਸ਼ਹਾਲ ਜ਼ਿੰਦਗੀ ਜਿਉਣ ਦੇ ਲਈ ਪ੍ਰਵਾਸ ਕਰਦਾ ਹੈ, ਚਾਹੇ ਕੋਈ ਇਰਾਕ ਕਰੇ, ਕੋਈ ਈਰਾਨ ਕਰੇ, ਇਟਲੀ ਕਰੇ, ਜਾਪਾਨ ਕਰੇ, ਜਰਮਨ ਕਰੇ ਜਾਂ ਫਿਰ ਇੰਗਲੈਂਡ, ਅਮਰੀਕਾ, ਕੈਨੇਡਾ ਕਰੇ। ਸੋ ਕੈਨੇਡਾ ਦੇ ਵੱਲ ਸਭ ਤੋਂ ਵੱਧ ਧਿਆਨ ਜਾਂਦਾ ਹੈ, ਭਾਵੇਂ ਕਿ ਉੱਥੇ ਵੈਦਰ ਕੰਡੀਸ਼ਨਸ ਇੰਨੀਆਂ ਸੌਖੀਆਂ ਨਹੀਂ ਹਨ, ਬਹੁਤ ਤਣਾਅ, ਮਾਫੀ ਚਾਹੁੰਦਾ, ਚੁਣੌਤੀ ਭਰਪੂਰ ਜਿਹੜੀਆਂ ਕਿ ਉੱਥੋਂ ਦੀਆਂ ਕੰਡੀਸ਼ਨਸ ਨੇ, ਪਰ ਬਾਵਜੂਦ ਉੱਥੇ ਪੰਜਾਬੀ ਬਹੁਤ ਗਿਣਤੀ ਦੇ ਵਿੱਚ ਗਏ, ਭਾਰਤੀ ਬਹੁਤ ਗਿਣਤੀ 'ਚ ਗਏ ਕਿ ਉੱਥੇ ਮਾਹੌਲ ਇੱਥੇ ਵਰਗਾ ਹੀ ਹੋ ਗਿਆ ਸੀ। ਔਰ ਉੱਥੋਂ ਦੀ ਜਿਹੜੀ ਉਹਨਾਂ ਦੀ ਇੱਕ ਨੇਚਰ ਹੈ ਜਿਸ ਤਰੀਕੇ ਦੀ, ਉਹ ਕਹਿੰਦੇ ਆ ਕਿ ਅਸੀਂ ਫੈਡਰਲ ਆ, ਅਸੀਂ ਲਿਬਰਲ ਆ, ਅਸੀਂ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਦਿੰਦੇ। ਕੈਨੇਡਾ 'ਚ ਵੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਸਾਰੇ ਪ੍ਰੋਟੈਸਟ ਹੋਏ, ਸੜਕਾਂ ਦੇ ਉੱਤੇ ਸਟੂਡੈਂਟਸ ਨੇ ਵੀ ਪ੍ਰੋਟੈਸਟ ਕੀਤੇ, ਜਿਹੜੇ ਅਜੇ ਤੱਕ ਚੱਲ ਰਹੇ, ਹਾਂ ਇਹ ਹਾਲੇ ਤੱਕ ਵੀ ਚੱਲ ਰਹੇ ਆ, ਜਿਹੜੇ ਇਮੀਗ੍ਰੇਸ਼ਨ ਵਾਲਿਆਂ ਨੇ ਧੋਖੇ ਕੀਤੇ ਜਾਂ ਉੱਥੋਂ ਦੇ ਕਾਲਜਿਸ ਨੇ ਕੀਤੇ, ਔਰ ਉੱਥੋਂ ਦੀ ਸਰਕਾਰ ਨੇ ਭਰੋਸਾ ਵੀ ਦਿੱਤਾ ਕਿ ਅਸੀਂ ਤੁਹਾਨੂੰ ਵਾਪਸ ਨਹੀਂ ਜਾਣ ਦੇਵਾਂਗੇ, ਅਸੀਂ ਤੁਹਾਡੇ ਨਾਲ ਮਾੜੀ ਨਹੀਂ ਹੋਣ ਦੇਵਾਂਗੇ, ਪਰ ਉਹਨਾਂ ਇਮੀਗ੍ਰੇਸ਼ਨ ਦੇ ਉੱਤੇ ਵੀ ਨਕੇਲ ਕੱਸਣ ਦੀ ਜ਼ਰੂਰਤ ਹੈ। ਇਹ ਸਭ ਦੇ ਦਰਮਿਆਨ ਜਦੋਂ ਹੁਣ ਇਹ ਮਸਲਾ ਖੜਾ ਹੋ ਜਾਂਦਾ ਹੈ, ਜਦੋਂ G20 ਸੰਮੇਲਨ ਦੇ ਦੌਰਾਨ ਟਰੂਡੋ ਹੁਰੀ ਆਉਂਦੇ ਆ, ਜੇਕਰ ਉਦੋਂ ਕੋਈ ਸਵਾਲ ਪੁੱਛਿਆ ਗਿਆ, ਜੇ ਉਦੋਂ ਹੀ ਤਸੱਲੀ ਵਾਲਾ ਜਵਾਬ ਦੇ ਦਿੱਤਾ ਜਾਂਦਾ, ਉਸ ਤੋਂ ਬਾਅਦ ਫਿਰ ਉਹਨਾਂ ਦੇ ਜਹਾਜ਼ ਦੀ ਦੇਰੀ ਹੋਣੀ, ਜਾਣ ਦੇ ਵਿੱਚ ਦੇਰੀ ਹੋਣੀ, ਉੱਥੋਂ ਜਾਂਦੇ ਹੀ ਜਿਹੜਾ ਹੈ ਹਰਦੀਪ ਨਿੱਜਰ ਕਤਲ ਮਾਮਲੇ ਦੇ ਵਿੱਚ ਭਾਰਤੀ ਏਜੰਸੀਆਂ ਦੀ ਭੂਮਿਕਾ ਦੇ ਉੱਤੇ ਸ਼ੱਕ ਕਰਨ ਦਾ ਬਿਆਨ ਆਉਣਾ, ਔਰ ਫਿਰ ਉਧਰੋਂ ਜਿਹੜਾ ਹੈ ਉਹਨਾਂ ਦਾ ਸਫੀਰ ਬਰਖਾਸਤ ਕਰਨਾ ਤੇ ਇਧਰੋਂ ਬਰਖਾਸਤ ਕਰਨਾ। ਬੇਸਿਕਲੀ ਹੁੰਦਾ ਕੀ ਹੈ, ਇਹਨੂੰ ਕਹਿੰਦੇ ਆ ਡਿਪਲੋਮੈਟਿਕ ਪ੍ਰੈਸ਼ਰ ਬਿਲਟ ਕਰਨਾ। ਇਹ ਇੱਕ ਡਿਪਲੋਮੇਸੀ ਹੁੰਦੀ ਹੈ ਜਿਹਦੇ ਵਿੱਚ ਗੱਲਾਂ ਤੇ ਜੰਗ ਜਿਹੜੀ ਆ ਉਹ ਪੈਰਲਲ ਚੱਲਦੀਆਂ ਨੇ। ਹੁਣ ਇਹਦੇ ਵਿੱਚ ਇਹ ਹੈ ਕਿ ਜੇ ਕੈਨੇਡਾ ਨੇ ਇੰਡੀਆ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਕਿ ਤੁਸੀਂ ਬਾਰਡਰ ਏਰੀਆਸ ਦੇ ਨਹੀਂ ਜਾਣਾ, ਅਸਾਮ ਨਹੀਂ ਜਾਣਾ, ਕਸ਼ਮੀਰ ਨਹੀਂ ਜਾਣਾ, ਧਿਆਨ ਰੱਖਣਾ ਹੈ, ਇਹ ਉਹ ਫਲਾਨਾ, ਧਿਆਨ ਤਾਂ ਹਰ ਕੋਈ ਆਪਣਾ ਰੱਖਦਾ ਹੀ ਹੈ, ਹਰੇਕ ਕਿਸੇ ਨੂੰ ਪਤਾ ਹੈ। ਬੰਦਾ ਜੇ ਕੋਈ ਕਿਤੇ ਟਰੈਵਲ ਕਰਦਾ ਹੈ, ਅੱਜ ਕੱਲ ਗੂਗਲ ਹਰ ਕਿਸੇ ਦੇ ਕੋਲ ਹੈ, ਪਹਿਲਾਂ ਉੱਥੋਂ ਦੀ ਕੰਡੀਸ਼ਨਸ, ਉੱਥੋਂ ਦੇ ਹਾਲਾਤ, ਉਹਨੂੰ ਸਭ ਨੂੰ ਭਾਂਪ ਲੈਂਦਾ। ਹੁਣ ਇੰਡੀਆ ਨੇ ਵੀ ਐਡਵਾਈਜ਼ਰੀ ਜਾਰੀ ਕਰਤੀ, ਉਹਦੇ ਵਿੱਚ ਕਿਹਾ ਹੈ ਕਿ ਤੁਸੀਂ ਆਪਣੇ ਆਪ ਨੂੰ ਰਜਿਸਟਰਡ ਕਰਾਓ, ਜਿਹੜੇ ਭਾਰਤ ਦੇ ਸਿਟੀਜ਼ਨ ਨੇ ਉੱਥੇ ਨੇ। ਮੈਂ ਤਾਂ ਇਹ ਸਮਝਦਾ ਕਿ ਪਤਾ ਜਦੋਂ ਕੋਈ ਬੰਦਾ ਮੁਲਕ ਛੱਡ ਕੇ ਜਾਂਦਾ ਹੈ, ਜਦੋਂ ਐਮਬੈਸੀ ਦੇ ਜ਼ਰੀਏ ਜਾਂਦਾ ਹੈ, ਉਹਦੇ ਮੋਹਰ ਉਹਦੇ ਪਾਸਪੋਰਟ ਦੇ ਉੱਤੇ ਲੱਗਦੀ ਹੈ, ਰਿਕਾਰਡ ਤਾਂ ਆਲਰੇਡੀ ਹੁੰਦਾ, ਪਰ ਇਹ ਸਾਰਾ ਕੁਝ ਇੱਕ ਨੀਤੀਆਂ ਹੁੰਦੀਆਂ ਨੇ। ਇਹਦੇ ਵਿੱਚ ਇਹ ਹੈ ਕਿ ਇੰਡੀਆ ਵੀ ਆਪਣੀ ਪਾਵਰ ਦਿਖਾ ਰਿਹਾ ਹੈ। ਜੇ ਕੋਈ ਐਕਸ਼ਨ ਕੈਨੇਡਾ ਵੱਲੋਂ ਲਿਆ ਗਿਆ ਹੈ ਤਾਂ ਇੰਡੀਆ ਇਸ ਹਾਲਤ ਦੇ ਵਿੱਚ ਗੱਲ ਕਰ ਰਿਹਾ ਹੈ, ਇਸ ਸਥਿਤੀ ਦੇ ਵਿੱਚ ਗੱਲ ਕਰ ਰਿਹਾ ਕਿ ਮੈਂ ਵੀ ਹੁਣ ਕਿਸੇ ਨਾਲੋਂ ਘੱਟ ਨਹੀਂ, ਤੇ ਉਥੋਂ ਨਹਿਲੇ ਦਾ ਦਹਿਲਾ ਮੁੜਿਆ ਜਾ ਰਿਹਾ। ਪਰ ਇਹ ਸਭ ਦੇ ਦਰਮਿਆਨ ਨੁਕਸਾਨ ਵਿਦਿਆਰਥੀਆਂ ਦਾ ਹੋਣਾ, ਰੋਜ਼ਗਾਰ ਭਾਲਦੇ ਫਿਰਦੇ ਲੋਕਾਂ ਦਾ ਹੋਣਾ, ਜਿਹੜੇ ਬਿਹਤਰ ਜ਼ਿੰਦਗੀ ਦੇ ਲਈ ਪ੍ਰਵਾਸ ਕਰਕੇ ਗਏ ਆ ਉਹਨਾਂ ਦਾ ਹੋਣਾ, ਕਿਉਂਕਿ ਜੇਕਰ ਤਲਕ ਰਿਸ਼ਤੇ ਹੋਰ ਵੀ ਜ਼ਿਆਦਾ ਹੋ ਜਾਂਦੇ ਨੇ, ਜਿਹੜੇ ਹਲੇ ਸਿਟੀਜ਼ਨ ਦੀ ਕਤਾਰ 'ਚ ਨੇ, PR ਦੀ ਕਤਾਰ ਦੇ ਵਿੱਚ ਨੇ, ਜਾਂ ਜਿਨ੍ਹਾਂ ਦੀ ਐਡਮਿਸ਼ਨ ਹੋ ਗਈ, ਜਿਨ੍ਹਾਂ ਨੇ ਹਲੇ ਜਾਣਾ ਹੈ, ਉਹਨਾਂ ਸਾਰਿਆਂ ਲਈ ਮੁਸ਼ਕਿਲਾਂ ਹੋ ਸਕਦੀਆਂ ਨੇ ਜੇ ਰਿਸ਼ਤੇ ਅੱਗੇ ਵੱਧਦੇ ਆ। ਪਰ ਗੱਲ ਇਹ ਹੈ ਕਿ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਵੀ ਦੇਖਿਆ ਹੋਊਗਾ, ਨਾਲ ਯੁੱਧ ਵੀ ਹੋ ਰਹੇ ਹੁੰਦੇ ਨੇ ਤੇ ਨਾਲੇ ਰਾਬਤਾ ਵੀ ਕਾਇਮ ਹੁੰਦਾ।
ਇਹਦੇ ਵਿੱਚ ਬਾਰ-ਬਾਰ ਇਹ ਚੀਜ਼ ਜਿਹੜੀ ਆ ਜਤਾਈ ਜਾ ਰਹੀ ਆ ਕਿਤੇ ਨਾ ਕਿਤੇ ਇਹ ਕਹਿ ਕੇ ਕਿ ਸਿੱਖਾਂ ਦੀ VOTING ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ, ਜਦ ਕਿ ਹਿੰਦੂ ਵੀ ਲੋਕ ਸਾਡੇ ਉੱਥੇ ਭਾਰਤੀ ਆ ਉਨੀ ਗਿਣਤੀ ਦੇ ਵਿੱਚ ਉੱਥੇ ਬੈਠੇ ਹੋਏ ਆ। ਕਿ ਮਹਿਜ਼ ਇਹ VOTING ਦਾ ਕਰਕੇ ਟਰੂਡੋ ਨੇ ਕੀਤਾ ਹੋਇਆ ਜਾ ਸਕਦਾ, ਜਾਂ ਫਿਰ ਉਹਨਾਂ ਦੀ ਸਪੀਚ ਦੇ ਵਿੱਚ ਜਿਵੇਂ ਕਿਹਾ ਗਿਆ ਕਿ ਮੇਰੇ ਦੇਸ਼ ਦੇ ਨਾਗਰਿਕ ਨੂੰ ਕੋਈ ਨੁਕਸਾਨ ਮੈਂ ਨਹੀਂ ਪਹੁੰਚਾ ਸਕਦਾ, ਜਾਂ ਫਿਰ ਇਹੀ ਚੀਜ਼ ਦੇ ਉੱਤੇ ਉਹ ਫੋਕਸ ਕਰ ਰਹੇ ਸੀ? ਦੇਖੋ, ਇਧਰੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਉੱਥੇ ਵੱਖਵਾਦੀਆਂ ਨੂੰ, ਖਾਲਿਸਤਾਨੀਆਂ ਨੂੰ ਸਪੇਸ ਦਿੱਤੀ ਜਾ ਰਹੀ ਹੈ। ਗੱਲ ਇਹ ਹੈ ਕਿ ਮੈਂ ਤਾਂ ਪਹਿਲੀ ਗੱਲ ਇਸ ਨੂੰ ਇਸ ਤਰੀਕੇ ਨਾਲ ਨਹੀਂ ਦੇਖਦਾ ਕਿ ਉੱਥੇ ਸਿੱਖ ਗਏ, ਹਿੰਦੂ ਗਏ, ਮੁਸਲਮਾਨ ਗਏ, ਕੌਣ ਗਏ। ਦੇਖਣ ਦੀ ਲੋੜ ਇਹ ਹੈ ਕਿ ਉੱਥੇ ਪੰਜਾਬੀ ਤੇ ਭਾਰਤੀ ਗਏ। ਪੰਜਾਬ ਤੋਂ ਗਿਆ ਪੰਜਾਬੀ ਆ, ਭਾਰਤ ਤੋਂ ਗਿਆ ਭਾਰਤੀ ਹੈ। ਸਿੰਪਲ ਫੰਡਾ ਦੇ ਵਿੱਚ ਕੋਈ ਹੋਰ ਤਾਂ ਕੋਈ ਗੁਣਾ ਗਣਿਤ ਦੀ ਕੋਈ ਇਹਦੇ ਵਿੱਚ ਕਿੰਤੂ ਪਰੰਤੂ ਹੈ ਹੀ ਨਹੀਂ। ਔਰ ਉਹ ਜਿਹੜੇ ਭਾਰਤੀ ਗਏ ਨੇ ਉਹਨਾਂ ਦੇ ਵਿੱਚੋਂ ਮੈਜੋਰਿਟੀ ਕਲਾਸ ਪੰਜਾਬੀਆਂ ਦੀ ਹੈ। ਹੁਣ ਉਹਦੇ ਵਿੱਚ ਕੋਈ ਵੀ ਜਾਤ ਮਜ਼ਹਬ ਦਾ ਬੰਦਾ ਹੋਵੇ, ਕੋਈ ਰੰਗ ਰੂਪ ਦਾ ਹੋਵੇ, ਉਹਦੇ ਵਿੱਚ ਸਾਨੂੰ ਜਾਣਾ ਨਹੀਂ ਚਾਹੀਦਾ। ਪਰ ਜੇਕਰ ਇਹਨੂੰ ਇਸ ਨਜ਼ਰ ਨਾਲ ਦੇਖਿਆ ਜਾਏਗਾ ਕਿ ਸਿੱਖਾਂ ਨੂੰ ਉੱਥੇ ਵੱਧ ਤਰਜੀਹ ਦਿੱਤੀ ਜਾਂਦੀ ਹੈ, ਉੱਥੇ ਖਾਲਿਸਤਾਨੀਆਂ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ, ਫਿਰ ਗੱਲ ਇਹ ਹੈ ਕਿ ਉਨੇ ਹੀ ਹਿੰਦੂ ਨੇ। ਤੁਹਾਡੀ ਗੱਲ ਠੀਕ ਹੈ, ਵੱਡੀ ਹੈ ਤੁਹਾਡੀ ਗੱਲ। ਜੇ ਉਨੇ ਹੀ ਹਿੰਦੂ ਨੇ ਤੇ ਫਿਰ ਕੋਈ ਬੰਦਾ ਜੇ ਇਹਨੂੰ ਵੋਟ ਦੀ ਨਜ਼ਰ ਨਾਲ ਦੇਖਦਾ ਤੇ ਫਿਰ ਉਹਨੂੰ ਉਹ ਵੋਟ ਦਾ ਵੀ ਉਨਾ ਹੀ ਫਿਕਰ ਹੋਊਗਾ। ਉਹ ਉਸ ਨੂੰ ਤਾਂ ਨਹੀਂ ਵੱਖ ਕਰਕੇ ਦੇਖ ਸਕਦਾ। ਔਰ ਗੱਲ ਇਹ ਹੈ ਕਿ ਜਿਹੋ ਜਿਹਾ ਮਾਹੌਲ ਸਿਰਜਿਆ ਜਾਵੇਗਾ ਉਸ ਮਾਹੌਲ ਦੇ ਵਿੱਚ ਉਹ ਜੀ ਕਮਿਊਨਿਟੀ ਨੂੰ ਵੱਧ ਨੁਕਸਾਨ ਹੋਏਗਾ ਦੋਹਾਂ ਨੇਸ਼ਨਸ ਦੇ ਵਿੱਚ, ਇੱਧਰ ਵੀ ਤੇ ਉਸ ਪਾਸੇ ਵੀ। ਸੋ ਇਹ ਕਹਿ ਸਕਦੇ ਕਿ ਮੰਦਭਾਗੀ ਚੀਜ਼ ਆ ਜੇ ਇਹ ਨਜ਼ਰੀਏ ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂ। ਤਾਂ ਨਾਲ ਦੀ ਨਾਲ ਬਹੁਤ ਮਸ਼ਹੂਰ ਪੰਜਾਬੀ ਸਿੰਗਰ, ਬੜੇ ਥੋੜੇ ਸਮੇਂ ਦੇ ਵਿੱਚ ਨਾਮ ਨਾ ਖੱਟਣ ਵਾਲਾ, ਤੇ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਦੇ ਵਾਂਗ ਉਸ ਹਾਈਪ ਤੇ ਜਾਣਾ ਸ਼ੁਭ ਦਾ ਪਿਛਲੇ ਦਿਨੀ ਹੁਣ ਉਹਦਾ ਬੰਬੇ ਦੇ ਵਿੱਚ ਇੱਕ ਮਿਊਜ਼ੀਕਲ ਟੂਰ ਜਿਹੜਾ ਵਰਲਡ ਵਾਈਡ ਉਹ ਕਰਨ ਜਾ ਰਿਹਾ, ਤੇ ਉਹਦੀ ਸ਼ੁਰੂਆਤ ਜਿਹੜੀ ਆ ਭਾਰਤ ਤੋਂ ਹੋ ਰਹੀ ਸੀ, ਤੇ ਬੰਬੇ ਦੇ ਵਿੱਚ ਉਹਦਾ ਸ਼ੋਅ ਜਿਹੜਾ ਉਹ ਹੁਣ ਕਾਫੀ ਚੀਜ਼ਾਂ ਦੇ ਵਿੱਚ ਆ ਗਿਆ ਹੋਇਆ, ਤੇ ਹੁਣ ਉਹ ਰੱਦ ਹੋਣ ਦੀ ਕਗਾਰ ਤੇ ਆ ਗਿਆ। ਬੋਟ ਕੰਪਨੀ ਦੇ ਵੱਲੋਂ ਆਪਣੀ ਜਿਹੜੀ ਸਪਾਂਸਰਸ਼ਿਪ ਉਹਦੇ ਲਈ ਵਾਪਸ ਲੈ ਲਈ ਗਈ ਆ। ਕੀ ਪੂਰਾ ਮਾਮਲਾ ਹੈ ਤੇ ਕਿਉਂ ਇਹ ਚੀਜ਼ ਇੰਨੀ ਹਾਈਲਾਈਟ ਹੋ ਰਹੀ ਹੈ? ਦੇਖੋ, ਇਹ ਕਹਿ ਸਕਦੇ ਹਾਂ ਕਿ ਸ਼ੁਭ ਲਈ, ਪੰਜਾਬੀਆਂ ਲਈ ਖਾਸ ਕਰਕੇ ਘੜੀ ਅਸ਼ੁਭ ਚੱਲ ਰਹੀ ਹੈ। ਉਹਦਾ ਕਾਰਨ ਇਹ ਹੈ ਕਿ ਜਿਸ ਪੀਕ ਤੇ ਮੂਸੇਵਾਲਾ ਗਿਆ ਤੇ ਉਹ ਵੀ ਬਹੁਤ ਘੱਟ ਸਮੇਂ ਦੇ ਵਿੱਚ ਉਸੇ ਲੀਹ ਤੇ ਤੁਰਦਾ ਹੋਇਆ ਉਸ ਪੀਕ ਵੱਲ ਨੂੰ ਵੱਧ ਰਿਹਾ ਸੀ, ਔਰ ਬਹੁਤ ਜ਼ਿਆਦਾ ਦਾ ਮਿਊਜ਼ਿਕ ਸੁਣਿਆ ਜਾ ਰਿਹਾ ਸੀਗਾ। ਦੁਨੀਆ ਦੇ ਚੋਟੀ ਦੇ ਸਟਾਰ ਕਲਾਕਾਰ ਜਿਹੜੇ ਆ ਉਹਨੂੰ ਫੋਲੋ ਕਰਦੇ ਸੀ ਜੀ। ਉਹਦੇ ਵਿੱਚੋਂ ਵੱਡੀ ਗਿਣਤੀ ਜਿਹੜੀ ਹੈ ਉਹ ਭਾਰਤੀ ਕ੍ਰਿਕਟਰਸ ਦੀ, ਬਾਲੀਵੁੱਡ ਸਟਾਰਸ ਦੀ, ਬਾਲੀਵੁੱਡ ਸਟਾਰ ਦੀ, ਇੰਡਸਟਰੀ ਦੀ, ਫਿਲਮ ਇੰਡਸਟਰੀ ਦੀ, ਮਿਊਜ਼ਿਕ ਇੰਡਸਟਰੀ ਦੀ ਹੈ। ਬਹੁਤ ਬੰਦਿਆਂ ਨੇ ਉਹਨੂੰ ਅਨਫੋਲੋ ਵੀ ਕੀਤਾ। ਜਦੋਂ ਅਨਫੋਲੋ ਕੀਤਾ ਉਸ ਤੋਂ ਬਾਅਦ ਉਹਦੇ ਸਪਾਂਸਰ ਪਿੱਛੇ ਆਏ ਤੇ ਹੁਣ ਉਹਦਾ ਟੂਰ ਰੱਦ ਹੋ ਗਿਆ ਜੀ। ਰੱਦ ਹੋਣ ਪਿੱਛੇ ਅਸੀਂ ਉੱਥੇ ਵੀ ਜਾਵਾਂਗੇ। ਉਹਨੇ ਇੱਕ ਆਪਣੇ ਇੰਸਟਾਗ੍ਰਾਮ ਤੋਂ ਜੋ ਗੱਲ ਸੁਣਨ ਦੇ ਵਿੱਚ ਆਈ ਹੈ ਕਿ ਕੋਈ ਕੁਝ ਮਹੀਨੇ ਪਹਿਲਾਂ, ਕੁਝ ਸਮਾਂ ਪਹਿਲਾਂ ਇੱਕ ਨਕਸ਼ਾ ਜਿਹੜਾ ਹੈ ਉਹ ਸਾਂਝਾ ਕੀਤਾ। ਉਹ ਨਕਸ਼ੇ ਦੇ ਉੱਤੇ ਵਿਵਾਦ ਹੋਇਆ ਤੇ ਉਹਨੂੰ ਵੱਖਵਾਦ ਨਾਲ ਵੇਖਿਆ ਗਿਆ ਤੇ ਉਹਨੂੰ ਖਾਲਿਸਤਾਨ ਦੇ ਨਾਲ ਜੋੜ ਦਿੱਤਾ ਗਿਆ। ਇੱਕ ਗੱਲ ਤਾਂ ਮੈਂ ਇੱਥੇ ਇਹ ਗੱਲ ਬੜੀ ਸਪਸ਼ਟ ਤੌਰ ਦੇ ਉੱਤੇ ਕਹਿਣਾ ਚਾਹੁੰਦਾ, ਹਰ ਸਿੱਖ ਨੂੰ ਤੁਸੀਂ ਖਾਲਿਸਤਾਨੀ ਨਹੀਂ ਕਹਿ ਸਕਦੇ। ਬਿਲਕੁਲ ਸਹੀ। ਹਰ ਮੁਸਲਮਾਨ ਨੂੰ ਤੁਸੀਂ ਵੱਖਵਾਦੀ ਨਹੀਂ ਕਹਿ ਸਕਦੇ, ਜਿਹਾਦੀ ਨਹੀਂ ਕਹਿ ਸਕਦੇ, ਅੱਤਵਾਦੀ ਨਹੀਂ ਕਹਿ ਸਕਦੇ ਜੀ। ਸਾਨੂੰ ਡਿਫਰੈਂਸ਼ੀਏਟ ਕਰਨਾ ਹੋਏਗਾ। ਸਿੱਖਾਂ ਨੂੰ ਵੈਸੇ ਹੀ ਵਰਲਡ ਲੈਵਲ ਤੇ ਹੁਣ ਤੱਕ ਬਹੁਤ ਵੱਡੀਆਂ ਪੱਗਾਂ ਨੂੰ ਲੈ ਕੇ, ਕੜਿਆਂ ਨੂੰ ਲੈ ਕੇ, ਕਕਾਰਾਂ ਨੂੰ ਲੈ ਕੇ ਚੁਣੌਤੀਆਂ ਨੇ। ਦੂਸਰਾ ਵੇਸ਼ਭੂਸ਼ਾ ਨੂੰ ਲੈ ਕੇ ਬਹੁਤ ਵੱਡੀ ਚੁਣੌਤੀ ਹੈ ਜੀ। ਮੁਸਲਮ ਜਿਹੜਾ ਉਹਨਾਂ ਦਾ ਵੇਸ਼ਭੂਸ਼ਾ, ਉਹਦੇ ਵਿੱਚ ਉਹ ਜਿਹੜੀ ਦਾੜੀ ਕੈਰੀ ਕਰਦੇ ਆ ਪਰ ਮੁੱਛ ਨਹੀਂ ਰੱਖਦੇ। ਸਿੱਖ ਮੁੱਛ ਰੱਖਦੇ ਆ ਤੇ ਉਹ ਪੱਗ ਦਾ ਕਲਚਰ ਉਹਨਾਂ ਦੇ ਵੀ ਹੈ ਤੇ ਸਿੱਖਾਂ ਦੇ ਵਿੱਚ ਵੀ ਹੈ। ਹਾਲੇ ਤੱਕ ਤਾਂ ਇਹ ਮਸਲਾ ਥੋੜਾ ਅਲੱਗ ਵੀ ਹੈ। ਹਾਂ, ਹਾਲੇ ਤੱਕ ਤਾਂ ਇਹ ਸਾਰਾ ਕੁਝ ਚੱਲ ਰਿਹਾ ਸੀਗਾ ਕਿ ਇਹ ਸਿੱਖ ਆਪਣੇ ਆਪ ਨੂੰ ਡਿਫਰੈਂਸ਼ੀਏਟ ਨਹੀਂ ਕਰਕੇ ਦੱਸ ਸਕੇ ਵਰਲਡ ਲੈਵਲ ਦੇ ਉੱਤੇ ਕਿ ਅਸੀਂ ਉਸ ਕਲਚਰ ਤੋਂ ਕਿਵੇਂ ਜਿਹੜਾ ਹੈ ਉਸ ਤੋਂ ਵੱਖ ਹੈਗੇ ਆ, ਜੁਦਾ ਹੈਗੇ ਆ। ਸੋ ਇਸ ਦੇ ਦਰਮਿਆਨ ਮਤਲਬ ਹਰ ਸਿੱਖ ਨੂੰ ਇਸ ਤਰੀਕੇ ਦੇ ਨਾਲ ਰਲ ਗੱਡ ਕਰਨਾ, ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖ ਲਓ, ਇਹ ਗੱਲ ਬੜੀ ਸਪਸ਼ਟ ਹੈ। ਗਾਲਾਂ ਕੱਢਣ ਵਾਲਿਆਂ ਨੇ ਕੱਢਣੀਆਂ ਨੇ, ਬੋਲਣ ਵਾਲਿਆਂ ਨੇ ਬੋਲਣਾ। ਹਰ ਬੰਦਾ ਉਸ ਦੇ ਨਾਲ ਨਹੀਂ ਖੜਦਾ, ਪਰ ਬਹੁਤ ਸਾਰੇ ਆਮ ਲੋਕ ਵੀ ਨੇ, ਇਨਸਾਫ ਪਸੰਦ ਲੋਕ ਵੀ ਨੇ, ਉਧਰ ਵੀ ਖੜਦੇ ਨੇ। ਗੱਲ ਇਹ ਹੈ ਕਿ ਜੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਬੁਰੇ ਨੇ ਤਾਂ ਫਿਰ ਹਿੰਦੂ ਰਾਜ ਦੀ ਗੱਲ ਕਰਨ ਵਾਲੇ ਵੀ ਉਨੇ ਹੀ ਬੁਰੇ ਹੋਣੇ ਚਾਹੀਦੇ ਆ। ਜੇਕਰ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਲਈ ਸਜ਼ਾ ਦਾ ਪ੍ਰਾਵਧਾਨ ਹੈ ਤਾਂ
ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਦੇ ਲਈ ਵੀ ਸਜ਼ਾ ਦਾ ਉਨਾ ਹੀ ਪ੍ਰਾਵਧਾਨ ਹੋਣਾ ਚਾਹੀਦਾ ਹੈ। ਉਹਨਾਂ ਨੂੰ ਸਪੇਸ ਨਹੀਂ ਦੇ ਸਕਦੇ, ਉਹਨਾਂ ਨੂੰ ਖੁੱਲੇ ਨਹੀਂ ਛੱਡ ਸਕਦੇ। ਪਰ ਜਿਹੜਾ ਤੁਹਾਡੇ ਫੰਡਾਮੈਂਟਲ ਰਾਈਟਸ ਕਹਿੰਦੇ ਆ ਕਿ ਤੁਹਾਨੂੰ ਬੋਲਣ ਦੀ ਆਜ਼ਾਦੀ ਹੈ, ਪਰ ਮੈਂ ਨਹੀਂ ਕਹਿੰਦਾ ਕਿ ਬੋਲਣ ਦੇ ਨਾਮ ਤੇ ਤੁਸੀਂ ਕੁਝ ਵੀ ਬੋਲੀ ਜਾਓਗੇ। ਪਰ ਗੱਲ ਇਹ ਹੈ ਕਿ ਜਦੋਂ ਸੁਪਰੀਮ ਕੋਰਟ, ਮੁਲਕ ਦੀ ਸਭ ਤੋਂ ਉੱਪਰਲੀ ਅਦਾਲਤ ਨੇ ਵੀ ਇਹ ਗੱਲ ਕਿਹਾ ਕਿ ਤੁਸੀਂ ਖਾਲਿਸਤਾਨ ਦੀ ਮੰਗ ਕਰ ਸਕਦੇ ਹੋ ਤੇ ਕਰ ਸਕਦੇ ਹੋ, ਪਰ ਹਾਂ ਇਹ ਹੈ ਕਿ ਉਸ ਦੇ ਨਾਂ ਦੇ ਉੱਤੇ ਤੁਸੀਂ ਨਫ਼ਰਤ ਨਹੀਂ ਫੈਲਾ ਸਕਦੇ, ਅੱਗ ਨਹੀਂ ਫੈਲਾ ਸਕਦੇ, ਤੁਸੀਂ ਕੋਈ ਦੰਗੇ ਨਹੀਂ ਕਰਾ ਸਕਦੇ। ਪਰ ਗੱਲ ਇਹ ਹੈ ਕਿ ਜੇਕਰ ਇਹਨਾਂ ਚੀਜ਼ਾਂ ਨੂੰ ਪ੍ਰਵੋਕ ਕੀਤਾ ਜਾਏਗਾ, ਪੰਜਾਬੀ ਮੁੰਡਿਆਂ ਨੂੰ ਇਹਨਾਂ ਨਾਵਾਂ ਨਾਲ ਜੋੜਿਆ ਜਾਏਗਾ, ਇਹ ਜਿਹੜਾ ਇੱਥੋਂ ਦਾ ਪਹਿਲਾਂ ਹੀ ਇਹਨਾਂ ਦੌਰ ਇਹਨਾਂ ਲੋਕਾਂ ਨੇ ਝੱਲਿਆ 47 ਦੇ ਵਿੱਚ, 84 ਦੇ ਵਿੱਚ, 66 ਦੇ ਵਿੱਚ, ਇਹ ਲੋਕ ਤਾਂ ਤਕਸੀਮ ਹੀ ਤਕਸੀਮ ਹੋਈ ਗਏ। ਇਹਨਾਂ ਦੇ ਵਿੱਚ ਤਾਂ ਗੁਣਾਂ ਵਾਲੀ ਤਾਂ ਕਦੇ ਗੱਲ ਨਹੀਂ ਹੋਈ। ਪਰ ਜੇਕਰ ਹੁਣ ਇਹ ਨਵੇਂ ਮੁੰਡੇ ਤੁਰੇ ਆ ਔਰ ਇਹਨਾਂ ਨੂੰ ਅਜਿਹੇ ਰਾਹਾਂ ਦੇ ਉੱਤੇ ਧੱਕੇ ਦੇ ਨਾਲ ਜਦੋਂ ਤੋਰਿਆ ਜਾਂਦਾ ਹੈ ਤੇ ਨੇਚਰਲੀ ਗੱਲ ਹੈ ਫਿਰ ਮਨ ਜਿਹੜੇ ਆ ਉਹ ਡਾਈਵਰਟ ਹੁੰਦੇ ਆ ਔਰ ਫਿਰ ਤੋਂ ਅਸੀਂ ਨਵੀਆਂ ਮੁਸ਼ਕਲਾਂ ਨੂੰ ਜਿਹੜਾ ਹੈ ਜਨਮ ਦੇ ਰਹੇ ਹਾਂ। ਤੁਸੀਂ ਇਹ ਦੇਖੋ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਕੁਝ ਦੇਰ ਬਾਅਦ ਉਹਦਾ ਗਾਣਾ SYL ਆਉਂਦਾ, ਜੇ ਉਹਦੇ ਜਿਉਂਦੇ ਜੀ ਆਉਂਦਾ ਤੇ ਪਤਾ ਨਹੀਂ ਸੀ ਕੀ ਹੋਣਾ, ਇਸ ਨੂੰ ਕੀ ਰੰਗਤ ਦਿੱਤੀ ਜਾਂਦੀ, ਕੀ ਨਹੀਂ ਰੰਗਤ ਦਿੱਤੀ ਜਾਂਦੀ। ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਜਿਹੜਾ ਜੇਲ੍ਹ ਦੇ ਵਿੱਚੋਂ ਜਿਹੜਾ ਮੁਲਜ਼ਮ ਹੈ, ਜਿਹੜਾ ਵੱਖ-ਵੱਖ ਕੇਸਾਂ 'ਚ ਨਾਮਜ਼ਦ ਹੈ, ਲਾਰੈਂਸ ਬਿਸ਼ਨੋਈ, ਉਹ ਬਾਰ-ਬਾਰ ਲਾਈਵ ਹੁੰਦਾ ਹੈ ਔਰ ਲਾਈਵ ਹੋ ਕੇ ਜਿਸ ਨੂੰ ਉਹ ਪ੍ਰਮੋਟ ਕਰਦਾ ਹੈ, ਗੱਲ ਕਰਦਾ ਹੈ, ਉਹ ਮੋਨੂ ਮਾਨੇਸਰ ਜਿਸ ਦੇ ਨਾਲ ਗੱਲ ਕਰਦਾ ਹੈ, ਜਿਹਨੇ ਗਊ ਰੱਖਿਆ ਦੇ ਨਾਂ ਦੇ ਉੱਤੇ ਬੰਦੇ ਮਾਰ ਦਿੱਤੇ ਹੋਣ, ਤੇ ਕੀ ਇਹ ਸਾਰੇ ਸੁਨੇਹੇ ਜਾ ਰਹੇ ਆ। ਲੋਕ ਸਭ ਸਮਝਦਾਰ ਹੈ, ਜਦੋਂ ਜਿਵੇਂ ਲੋਕ ਪੜ੍ਹੀ ਜਾ ਰਹੇ ਆ। ਪਹਿਲਾਂ ਤਾਂ ਇੱਥੇ ਸਭ ਤੋਂ ਸੁਖਾਵਾਂ ਮਾਹੌਲ ਤਾਂ ਹੋਏਗਾ ਇੱਥੇ ਸਾਡੇ ਕੋਲ ਐਜੂਕੇਸ਼ਨ ਦਾ ਇੱਕ ਮਾਹੌਲ ਕ੍ਰੀਏਟ ਕਰਨ ਦੀ ਜ਼ਰੂਰ ਹੈ। ਜਦੋਂ ਲੋਕ ਪੜ੍ਹ ਲਿਖ ਜਾਣਗੇ ਉਹ ਚੀਜ਼ਾਂ ਨੂੰ ਬਿਹਤਰ ਸਮਝ ਸਕਦੇ ਆ। ਕੋਈ ਲੋਕਾਂ ਨੂੰ, ਲੀਡਰਾਂ ਨੂੰ ਕੋਈ ਸਮਝਾਉਣ ਦੀ ਜ਼ਿਆਦਾ ਜ਼ਰੂਰਤ ਨਹੀਂ ਪਏਗੀ। ਔਰ ਗੱਲ ਇਹ ਹੈ ਕਿ ਇਸ ਵਕਤ ਨੂੰ, ਘੜੀ ਨੂੰ ਵੀ ਜਿਹੜਾ ਹੈ ਉਹ ਟਾਲਿਆ ਜਾ ਸਕਦਾ ਸੀ, ਪਰ ਹੁਣ ਉਸ ਨੌਜਵਾਨ ਨੂੰ ਵੀ ਸੁਚੇਤ ਰਹਿਣਾ ਹੋਏਗਾ। ਬਾਕੀ ਤਾਂ ਚਲੋ ਸੁਚੇਤ ਹੈ ਹੀ ਨੇ। ਤੁਹਾਡੀ ਗੱਲਬਾਤ ਦੇ ਵਿੱਚ ਸ਼ਬਦ ਆਇਆ ਦੰਗੇ, ਤੇ 84 ਦੇ ਦੰਗਿਆਂ ਦੇ ਜ਼ਖਮ ਜਿਹੜੇ ਆ ਸਿੱਖ ਮਨਾਂ ਦੇ ਉੱਤੇ ਕਹਿ ਸਕਦੇ ਹਾਂ ਕਿ ਉਵੇਂ ਦੇ ਉਵੇਂ ਕਿਤੇ ਅੱਲੇ ਪਏ ਸੀ ਤੇ ਜ਼ਰਾ ਜਿਹੜਾ ਖਰੀਦ ਆ ਰਿਹਾ ਸੀ ਅੱਜ ਫਿਰ ਤੋਂ ਉੱਚੜ ਗਿਆ। ਸੱਜਣ ਕੁਮਾਰ ਨੂੰ ਉਹਨਾਂ ਦੰਗਿਆਂ ਦੇ ਮਾਮਲੇ 'ਚ ਕਿਤੇ ਨਾ ਕਿਤੇ ਆਸ ਸੀਗੀ ਕਿ ਸਜ਼ਾ ਹੋਊਗੀ ਤੇ ਸ਼ਾਇਦ ਕੁਝ ਸਕੂਨ ਜਿਹੜਾ ਜ਼ਰੂਰ ਮਿਲੂਗਾ। ਅੱਜ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ, ਕਿਵੇਂ ਦੇਖਦੇ ਹੋ? ਮੈਂ ਕਦੇ ਵੀ ਨਾ 84 ਨੂੰ ਦੰਗੇ ਦੀ ਨਜ਼ਰ ਨਾਲ ਨਹੀਂ ਵੇਖਦਾ, ਮੈਂ ਉਸ ਨੂੰ ਕਤਲੋ-ਗਾਰਤ ਤੇ ਨਸਲਕੁਸ਼ੀ ਕਹਿਣਾ, ਕਿਉਂਕਿ ਉਹ ਪਰਟੀਕੂਲਰ ਕਹਿ ਕੇ ਕੀਤਾ ਗਿਆ ਵਰਤਾਰਾ ਸੀ, ਸੋਚੀ ਸਮਝੀ ਤੇ ਪਲਾਨਡ। ਔਰ ਮੈਂ ਤਾਂ ਇਸ ਗੱਲ ਦੇ ਇਸ ਨੂੰ ਕਦੇ ਵੀ ਦੰਗੇ ਦੋ ਕਮਿਊਨਿਟੀਜ਼ ਦੇ ਦਰਮਿਆਨ ਹੁੰਦੇ ਆ। ਦੰਗੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਇਦਾਂ ਦੀ ਮਨਸ਼ਾ ਹੁੰਦੀ ਹੈ ਕਿ ਲੋਕਾਂ ਨੂੰ ਲੜਾਇਆ ਗਿਆ ਹੋਇਆ ਹੁੰਦਾ, ਪਰ ਇਹਦੇ ਵਿੱਚ ਤਾਂ ਲਤਾੜਿਆ ਗਿਆ ਹੁੰਦਾ। ਜਦੋਂ ਕਿਸੇ ਦੀ ਨਸਲ ਖਤਮ ਕਰਨ ਦੇ ਵੱਲ ਤੁਸੀਂ ਵੱਧ ਰਹੇ ਹੁੰਦੇ ਹੋ ਕਿ ਜਿੱਥੇ ਕੋਈ ਸਿੱਖ ਮਿਲ ਗਿਆ, ਜਿਸ ਮਾਹੌਲ ਦੇ ਵਿੱਚ ਮਿਲ ਗਿਆ, ਔਰ ਇਹ 78 ਤੋਂ ਸ਼ੁਰੂ ਹੋਇਆ ਕੰਮ, ਜਿਸ ਤਰੀਕੇ ਨਾਲ ਪੰਜਾਬ ਨੇ 93, 94, 95 ਤੱਕ ਭੋਗਿਆ, ਔਰ ਜਿਵੇਂ ਪਛਾਣ ਕੇ ਸਿਰਾਂ ਦੇ ਉੱਤੇ ਜਿਨ੍ਹਾਂ ਦੇ ਪੱਗਾਂ ਬੰਨੀਆਂ, ਪਟਕੇ ਬੰਨੇ ਤੇ ਖਾਸ ਕਰਕੇ ਕਿਹੜੇ ਰੰਗ ਦੇ ਬੰਨੇ ਆ, ਉਹਨਾਂ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਹੋਵੇ, ਗਲਾਂ 'ਚ ਟਾਇਰ ਪਾ ਕੇ ਅੱਗ ਲਾ ਦਿੱਤੀ ਗਈ ਹੋਵੇ, ਔਰ ਜਦੋਂ ਉਹ ਬੰਦਿਆਂ ਨੂੰ ਨਫ਼ਰਤ ਦੀ ਐਸੀ ਅੱਗ ਦੇ ਵਿੱਚ ਝੁਲਸ ਦਿੱਤਾ ਗਿਆ ਹੋਵੇ, ਤਾਂ ਦੰਗੇ ਨਹੀਂ, ਉਹ ਉਹਨਾਂ ਦੀ ਨਸਲਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਪਰ ਲੋਕ ਉਸ ਤੋਂ ਵੀ ਉੱਭਰੇ ਇਹ ਲੋਕ, ਪਰ ਹੁਣ ਫੇਰ ਲੋਕਾਂ ਨੂੰ ਉਸ ਰਾਹ ਵੱਲ ਤੋਰ ਕੇ ਮੈਂ ਉਹੀ ਗੱਲ ਹੋ ਗਈ ਨਾ ਜਿਹੜੀ ਪਹਿਲਾਂ ਸ਼ੁਭ ਦੇ ਕੰਟੈਕਸਟ ਦੇ ਵਿੱਚ ਅਸੀਂ ਕਰ ਰਹੇ ਸੀ, ਲੋਕਾਂ ਨੂੰ ਜਾਣ ਬੁੱਝ ਕੇ ਮਜਬੂਰ ਜਿਹੜਾ ਹੈ ਉਹ ਇੱਕ ਕੀਤਾ ਜਾ ਰਿਹਾ ਹੈ। ਜਦੋਂ ਸਭ ਕੁਝ ਲੋਕ ਫਿਰ ਵੀ ਇੱਥੋਂ ਤੱਕ ਕਹਿੰਦੇ ਆ ਕਿ ਚਲੋ ਠੀਕ ਹੈ, ਜੋ ਹੋਇਆ ਸੋ ਹੋਇਆ, ਪਰ ਇਸ ਤਰ੍ਹਾਂ ਕਹਿ ਕੇ ਵੀ ਸਹੀ ਸਰਦਾ, ਪਰ ਫਿਰ ਵੀ ਲੋਕ ਸਭ ਕੁਝ ਪੀ ਜਾਂਦੇ ਆ। ਉਹ ਲੋਕ ਜਿਹੜੇ ਪੀੜਤ ਨੇ, ਕਿਉਂਕਿ ਉਹ ਹਾਰ ਗਏ, ਬੰਦੇ ਬਿਰਖ ਹੋ ਗਏ, ਬੰਦੇ ਬਿਰਧ ਹੋ ਗਏ, ਬੰਦੇ ਇੱਥੋਂ ਚਲੇ ਗਏ, ਦੁਨੀਆ ਤੋਂ ਰੁਖਸਤ ਹੋ ਗਏ ਲੋਕ ਕੇਸ ਲੜਦੇ। 4 ਦਹਾਕੇ 39 ਸਾਲ ਕੋਈ ਥੋੜਾ ਸਮਾਂ ਨਹੀਂ ਹੁੰਦਾ। ਔਰ ਉਹ ਜਦੋਂ ਅਜਿਹੇ ਫੈਸਲੇ ਆਉਣ, ਅਸੀਂ ਫੈਸਲੇ ਦੇ ਉੱਤੇ ਟਿੱਪਣੀ ਨਹੀਂ ਕਰਦੇ, ਮਤਲਬ ਜਿਹੜੀ ਪੈਰਵਾਈ ਕਰਨ ਵਾਲੇ, ਜਿਹੜੇ ਪੈਰਵੀ ਕਰਨ ਵਾਲੇ ਲੋਕ ਨੇ, ਉਹਨਾਂ ਦੇ ਕਿਵੇਂ ਜਿਹੜਾ ਹੈ ਕੰਮ ਦੇ ਵਿੱਚ ਘਾਟ ਰਹੇਗੀ, ਜਾਂ ਕਿਸੇ ਦੀ ਸੋਚ ਮਨਸ਼ਾ ਦੇ ਵਿੱਚ ਘਾਟ ਰਹੇਗੀ, ਜਾਂ ਇਹਨੂੰ ਇੰਨਾ ਲੰਬਾ ਪਾ ਦਿੱਤਾ ਗਿਆ ਕਿ ਸਬੂਤ ਜਿਹੜੇ ਆ ਉਹ ਖਤਮ ਹੁੰਦੇ ਗਏ ਤੇ ਅਖੀਰ ਦੇ ਵਿੱਚੋਂ ਉਹ ਬੰਦਾ ਬਰੀ ਹੋ ਜਾਂਦਾ ਹੈ ਜਿਹੜਾ ਕਿ
2 ਕੇਸਾਂ ਦੇ ਵਿੱਚ ਆਲਰੇਡੀ ਉਮਰ ਕੈਦ ਲਈ ਸਜ਼ਾ ਯਾਫਤਾ ਹੋਵੇ ਔਰ ਉਹਦੀ ਭੂਮਿਕਾ ਪਾਈ ਗਈ ਹੋਵੇ, ਜੇ 2 ਜਗ੍ਹਾ ਦੇ ਉੱਤੇ ਉਹ ਸਿੱਖਾਂ ਦੀ ਨਸਲਕੁਸ਼ੀ ਦੇ ਵਿੱਚ ਇਨਵੋਲਵ ਹੈ ਤੇ ਤੀਜੀ ਜਗ੍ਹਾ ਤੋਂ ਬਰੀ ਹੋ ਜਾਂਦਾ ਹੈ, ਫਿਰ ਲੋਕ ਮਨਾਂ ਦੇ ਵਿੱਚ ਉਹਨਾਂ ਦੀ ਅਗਲੀਆਂ ਪੀੜ੍ਹੀਆਂ ਦੇ ਵਿੱਚ ਜਨਰੇਸ਼ਨਸ ਦੇ ਵਿੱਚ ਚੀਜ਼ਾਂ ਸਹਿ ਸੁਭਾ ਕੇ ਆਉਂਦੀਆਂ ਨੇ। ਪਰ ਅਸੀਂ ਫਿਰ ਵੀ ਚਾਹੁੰਦੇ ਹਾਂ ਕਿ ਬੰਦਾ ਜਿਹੜਾ ਹੈ ਇਸ ਧਰਤ ਦੇ ਉੱਤੇ ਲੜਨ ਭਿੜਨ ਦੇ ਲਈ ਨਹੀਂ ਆਇਆ, ਬਿਲਕੁਲ ਸਹੀ, ਉਹ ਇੱਥੇ ਹੱਸਣ ਵਸਣ ਲਈ ਆਇਆ, ਇੱਕ ਯਾਤਰਾ ਦੇ ਉੱਤੇ ਆਇਆ ਤੇ ਉਸ ਯਾਤਰਾ ਦੇ ਵਿੱਚ ਕਈ ਤਰ੍ਹਾਂ ਦੇ ਚੁਣੌਤੀਆਂ ਨੇ ਤੇ ਬੰਦੇ ਨੂੰ ਮੈਨੂੰ ਲੱਗਦਾ ਕਿ ਯਾਤਰਾ ਸੌਖਿਆ ਜਿਹੜੀ ਆ ਉਹ ਕਰ ਲੈਣੀ ਚਾਹੀਦੀ ਹੈ। ਜੀ ਇਨਸਾਨ ਦੀ ਬਿਹਤਰੀ ਦੇ ਲਈ ਬਣਾਏ ਸਮਾਜ ਦੇ ਵੱਲੋਂ, ਸਿਸਟਮ ਦੇ ਵੱਲੋਂ ਹੀ ਉਹਨੂੰ ਹਮੇਸ਼ਾ ਲਈ ਪੇਨ ਦੇ ਦਿੱਤਾ ਜਾਂਦਾ ਤੇ ਉਹ ਆਪਣੀ ਉਮਰ ਦੇ ਕਿੰਨੇ ਕੀਮਤੀ ਸਾਲ ਇਸ ਪੇਨ ਚੋਂ ਹੀ ਗੁਜ਼ਰਦਾ ਤੇ ਇਹ ਕੋਈ ਬਹੁਤਾ ਸੋਹਣਾ ਨਿਆਂ ਨਹੀਂ ਹੈਗਾ। ਇਸ ਦੇ ਨਾਲ ਹੀ ਅੱਜ ਅਖਬਾਰ ਦੇ ਵਿੱਚ ਇੱਕ ਬਹੁਤ ਛੋਟੀ ਜੀ ਖਬਰ ਸੀ, ਪਰ ਮੈਨੂੰ ਐਂ ਲੱਗਿਆ ਕਿ ਸ਼ਾਇਦ ਇਹ ਛੋਟੀ ਨਾ ਹੋਵੇ। ਤੇਲੰਗਾਨਾ ਦੇ ਵਿੱਚ 7 MBBS ਦੇ ਸਟੂਡੈਂਟਸ ਨੂੰ ਰੈਗਿੰਗ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ ਤੇ ਉਹਨਾਂ ਨੂੰ 3 ਮਹੀਨੇ ਦੇ ਲਈ ਕਾਲਜ ਦੇ ਵਿੱਚੋਂ ਸਸਪੈਂਡ ਕੀਤਾ ਗਿਆ। ਇਹ ਕਿਉਂ ਪ੍ਰਚਲਨ ਜਿਹੜਾ ਲਗਾਤਾਰ ਜਾਰੀ ਹੈ ਤੇ ਕੀ ਇਹ ਵਾਕਈ ਅਖਬਾਰ ਦੇ ਵਿੱਚ ਇੱਕ ਛੋਟੀ ਜਿਹੀ ਖਬਰ ਸਮਝ ਕੇ ਪਲਟ ਦੇਣ ਵਾਲੀ ਖਬਰ ਹੈ? ਦੇਖੋ, ਜਿਵੇਂ ਨਾ ਡਾਕਖਾਨੇ ਦੇ ਵਿੱਚ ਇੱਕ ਸਕੀਮ ਚੱਲੀ ਸੀਗੀ ਕਿ ਛੋਟੀ ਬਚਤ ਵੱਡੇ ਲਾਹੇ। ਕਈ ਵਾਰੀ ਨਾ ਛੋਟੀਆਂ ਚੀਜ਼ਾਂ ਵੱਡੀਆਂ ਬਣ ਜਾਂਦੀਆਂ, ਛੋਟੇ ਮਸਲੇ ਵੱਡੇ ਮਸਲੇ ਬਣ ਜਾਂਦੇ ਆ। ਅਸੀਂ ਉਹਨਾਂ ਨੂੰ ਛੋਟਾ ਸਮਝ ਕੇ ਇਗਨੋਰ ਕਰ ਦਿੰਦੇ ਆ। ਕਈ ਲੋਕ ਬੰਦਿਆਂ ਨੂੰ, ਕੁਝ ਲੋਕਾਂ ਨੂੰ ਕਿਸੇ ਸ਼ਖਸੀਅਤ ਨੂੰ ਪਛਾਣਨ ਤੋਂ ਇਨਕਾਰੀ ਹੋ ਜਾਂਦੇ ਆ। ਮਿਸਾਲ ਦੇ ਤੌਰ ਤੇ ਅਮਿਤਾਭ ਬੱਚਨ ਨੂੰ ਉਹਦੀ ਆਵਾਜ਼ ਕਰਕੇ ਰਿਜੈਕਟ ਕਰ ਦਿੱਤਾ ਗਿਆ ਰੇਡੀਓ ਦੇ ਵਿੱਚੋਂ ਤੇ ਅੱਜ ਉਹ ਆਪਣੀ ਜਿਸ ਰਿਆਸਤ ਨਾਲ ਜਿਉ ਰਿਹਾ ਤੇ ਉਹ ਆਪਣੀ ਆਵਾਜ਼ ਦੀ ਖੱਟੀ ਖਾ ਰਿਹਾ ਹੈ। ਅਜੇ ਹੋਰ ਬਹੁਤ ਸਾਰੇ ਐਗਜ਼ਾਮਪਲ ਨੇ। ਗੱਲ ਇਹ ਹੈ ਕਿ ਇਹ ਜਿਹੜਾ ਪ੍ਰਚਲਨ ਸ਼ੁਰੂ ਹੋਇਆ ਕਿ ਇਹ ਇੱਕ ਜਸਟ ਉਸ ਕਾਲਜ, ਸਕੂਲ, ਯੂਨੀਵਰਸਿਟੀ 'ਚ ਪੜ੍ਹ ਰਹੇ ਨਵੇਂ ਵਿਦਿਆਰਥੀ, ਜਿਹੜੇ ਪੁਰਾਣੇ ਵਿਦਿਆਰਥੀ ਆ, ਨਵੇਂ ਆਇਆਂ ਦੇ ਨਾਲ ਇੱਕ ਜਾਣ ਪਛਾਣ ਦਾ ਇੱਕ ਮੌਕਾ ਮੇਲ ਸੀਗਾ ਕਿ ਉਹ ਉਹਨਾਂ ਨਾਲ ਕਰ ਲੈਣ। ਪਰ ਜਦੋਂ ਇਹ ਰੈਗਿੰਗ ਦੇ ਵਿੱਚ ਤਬਦੀਲ ਹੋ ਗਿਆ, ਜਦੋਂ ਉਹਨਾਂ ਨੂੰ ਜਲੀਲ ਕਰਨ ਦੇ ਵਿੱਚ ਤਬਦੀਲ ਹੋ ਗਿਆ, ਤਾਂ ਉਸ ਤੋਂ ਬਾਅਦ ਅਜਿਹੀਆਂ ਖਬਰਾਂ ਵੀ ਆਈਆਂ ਸ਼ਾਇਦ ਜਿਨ੍ਹਾਂ ਨੂੰ ਲੋਕਾਂ ਨੇ ਇਹ ਕਹਿ ਕੇ ਚਲੋ ਇਹਦੇ ਵਿੱਚ ਸਾਡਾ ਬੱਚਾ ਤਾਂ ਨਹੀਂ ਹੈਗਾ, ਅਖਬਾਰ ਦੇ ਪੰਨੇ ਨੂੰ ਪਲਟ ਦਿੱਤਾ ਕਿ ਲੋਕਾਂ ਨੇ ਸੁਸਾਈਡ ਵੀ ਕੀਤਾ, ਮੁੰਡਿਆਂ ਨੇ ਵੀ ਕੀਤਾ, ਕੁੜੀਆਂ ਨੇ ਵੀ ਕੀਤਾ। ਕਿਸੇ ਨੇ ਕਮਿਟ ਕੀਤਾ ਤੇ ਕੋਈ ਬਚ ਗਿਆ ਤੇ ਕੋਈ ਨਹੀਂ ਬਚਿਆ ਤੇ ਕੋਈ ਉਸ ਨੂੰ ਆਪਣੇ ਅੰਦਰ ਹਮੇਸ਼ਾ ਦੇ ਲਈ ਇੱਕ ਜ਼ਖਮ ਦੇ ਵਾਂਗੂ ਲੈ ਕੇ ਤੁਰਿਆ। ਤੇ ਬਹੁਤ ਸਾਰੇ ਗੱਲ ਇਸ ਦੇ ਉੱਤੇ ਨਹੀਂ ਵੀ ਕਰਦੇ ਤੇ ਕਈ ਕਰਦੇ ਆ। ਪਰ ਅਜਿਹੇ ਮਸਲਿਆਂ ਨੂੰ ਥੋੜਾ ਸੰਜੀਦਾ ਤੇ ਮੈਨੂੰ ਲੱਗਦਾ ਕਿ ਸਹੀ ਤਰੀਕੇ ਨਾਲ ਲੈਣ ਦੀ ਜ਼ਰੂਰਤ ਹੈ, ਨਹੀਂ ਤਾਂ ਫਿਰ ਛੋਟੇ ਮਸਲੇ ਵੱਡੀਆਂ ਮੁਸੀਬਤਾਂ ਬਣ ਜਾਂਦੇ ਆ। ਜਾਂਦੇ ਜਾਂਦੇ ਇੱਕ ਹੋਰ ਛੋਟੀ ਪਰ ਬਹੁਤ ਵੱਡੇ ਮਸਲੇ ਵੱਲ ਧਿਆਨ ਦਿਵਾਉਣ ਦੀ ਖਬਰ ਦੇ ਉੱਤੇ ਤੁਹਾਡਾ ਰਿਐਕਸ਼ਨ ਚਾਹਨੀ ਆ ਕਿ ਸੋਸ਼ਲ ਮੀਡੀਆ ਦੀ ਛੋਟੇ ਬੱਚਿਆਂ ਨੂੰ ਲੱਤ ਲੱਗ ਚੁੱਕੀ ਹੈ ਤੇ ਇਹ ਟਿੱਪਣੀ ਜਿਹੜੀ ਆ ਕਰਨਾਟਕ ਹਾਈ ਕੋਰਟ ਨੇ ਕੀਤੀ ਆ। ਐਕਸਕੌਪ ਨਾਮ ਦੀ ਇੱਕ ਸੰਸਥਾ ਜਿਨ੍ਹਾਂ ਦੇ ਵੱਲੋਂ ਇਹ ਅਪੀਲ ਕੀਤੀ ਗਈ ਸੀ ਤੇ ਉਸ ਅਪੀਲ ਦੇ ਉੱਤੇ ਗੱਲ ਕਰਦੇ ਹੋਏ ਹਾਈ ਕੋਰਟ ਨੇ ਟਿੱਪਣੀ ਕੀਤੀ ਆ ਕਿ ਜਿਸ ਤਰ੍ਹਾਂ ਆਬਕਾਰੀ ਵਿਭਾਗ ਦੇ ਨਿਯਮ ਹੈਗੇ ਆ ਕਿ ਇਸ ਉਮਰ ਤੱਕ ਬੱਚੇ ਜਿਹੜੇ ਆ ਉਹ ਡਰਿੰਕ ਨਹੀਂ ਕਰ ਸਕਦੇ ਤੇ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਨੂੰ ਵੀ ਵਰਤਣ ਦੀ ਇੱਕ ਉਮਰ ਜਿਹੜੀ ਆ ਉਹ ਨਿਯਤ ਕਰਨੀ ਚਾਹੀਦੀ ਹੈ ਜਿਸ ਵੇਲੇ ਇਹੋ ਜਿਹੇ ਹਾਲਾਤ ਬਣਦੇ। ਦੇ ਵਿੱਚ ਮੈਂ ਜ਼ਰੂਰ ਇੱਕ ਖਬਰ ਦਾ ਜ਼ਿਕਰ ਕਰ ਦੇਣਾ ਚਾਹੁੰਦੀ ਹਾਂ। ਪਿੱਛੇ ਜੇ ਲੁਧਿਆਣੇ ਵੱਲ ਦੀ ਖਬਰ ਆਈ ਸੀ ਕਿ ਇੱਕ 10-12 ਸਾਲ ਦੇ ਬੱਚੇ ਨੇ ਇੱਕ ਬਹੁਤ ਛੋਟੀ ਬੱਚੀ ਦਾ ਰੇਪ ਕਰ ਦਿੱਤਾ ਸੀ ਕਿ ਗੁਆਂਢਣ ਖੜਾ ਕਰਕੇ ਗਈ ਕਿ ਮੈਂ ਤੇਰੀ ਛੋਟੀ ਭੈਣ ਨੂੰ ਲੈ ਆਵਾਂ ਜਾ ਕੇ, ਤੂੰ ਇਸ ਬੱਚੇ ਕੋਲੇ ਖੜ। ਇਹ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਦੀ ਹੀ ਦੇਣ ਆ ਕਿ ਛੋਟੀ ਉਮਰ ਦੇ ਵਿੱਚ ਬੱਚਿਆਂ ਦੇ ਕੋਲੇ ਬਿਨਾਂ ਕੁਝ ਕਲੀਨ ਹੋਏ ਛਾਣੇ ਉਹਨਾਂ ਦੇ ਤੱਕ ਪਹੁੰਚ ਰਿਹਾ। ਇਸ ਟਿੱਪਣੀ ਦਾ ਮਕਸਦ ਜਿਹੜਾ ਕਰਨ ਦਾ ਕੀ ਲੱਗਦਾ ਤੁਹਾਨੂੰ? ਤੇ ਲੱਗਦਾ ਕਿ ਨਿਯਮ ਹੋਣੇ ਚਾਹੀਦੇ ਆ ਖਾਸ ਤੌਰ ਤੇ ਜਦੋਂ ਹੋਮਵਰਕ ਫੋਨਾਂ ਦੇ ਉੱਤੇ ਆ ਰਿਹਾ ਹੈ? ਦੇਖੋ, ਇੱਕ ਤਾਂ ਗੱਲ ਇਹ ਹੈ ਕਿ ਇਹ ਖੁੱਲਾ ਸੰਸਾਰ ਹੈ ਜਿਹੜਾ ਸੋਸ਼ਲ ਮੀਡੀਆ ਜੀ। ਇਹਦੇ ਉੱਤੇ ਜਦੋਂ ਜੋ ਕੋਈ ਚਾਹਵੇ ਤੇ ਉਹ ਕੁਝ ਕਰ ਸਕਦਾ ਹੈ ਤੇ ਇਹਦੇ ਵਿੱਚ ਜਿੱਥੇ ਸਾਡੀ ਸੋਸ਼ਲ ਰਿਸਪੌਂਸਿਬਿਲਿਟੀ ਹੈ ਉੱਥੇ ਸਾਡੇ ਕੁਝ ਜ਼ਿੰਮੇਵਾਰ ਵੀ ਅਸੀਂ ਹੋਣੇ ਚਾਹੀਦੇ ਹਾਂ ਕਿ ਅਸੀਂ ਕੀ ਕਰਨਾ ਕੀ ਨਹੀਂ। ਗੱਲ ਇਹ ਹੈ ਕਿ ਇਹ ਤੁਸੀਂ ਕਹਿ ਰਹੇ ਹੋ ਕਿ ਨਿਯਮਤ ਹੋਣਾ ਚਾਹੀਦਾ ਜਾਂ ਨਹੀਂ, ਪਰ ਕਈ ਜਗ੍ਹਾ ਇਹ ਲਾਗੂ ਹੋ ਚੁੱਕਿਆ ਹੈ। ਕਿਸੇ ਅਦਾਲਤਾਂ ਵੱਲੋਂ ਭਾਵੇਂ ਨਾ ਹੋਇਆ ਹੋਵੇ, ਲੋਕਾਂ ਨੇ ਆਪ ਮੁਹਾਰੇ ਕਰ ਲਿਆ। ਮਿਸਾਲ ਦੇ ਤੌਰ ਤੇ ਕਈ ਜਗ੍ਹਾ ਅਜਿਹੀਆਂ ਪਾਰਟੀਆਂ ਆਰਗੇਨਾਈਜ਼ ਹੁੰਦੀਆਂ ਜਿਵੇਂ ਔਰਤਾਂ ਦੀ ਕਿੱਟੀ ਪਾਰਟੀ ਹੋ ਗਈ, ਉੱਥੇ ਫੋਨ ਅਲਾਉ ਨਹੀਂ ਕੀਤੇ ਜਾਂਦੇ ਕਿ ਮਸਾਂ ਆਪਾਂ ਮਿਲਣ ਆਏ, ਇੱਕ ਦੂਜੇ ਨਾਲ ਗੱਲਬਾਤ ਕਰਨਾ ਹੈ, ਦੁੱਖ ਸੁੱਖ ਕਰਨਾ ਹੈ ਤੇ ਫੋਨ ਬਾਹਰ ਰੱਖ ਦਿਓ।
ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਗੈਟ ਟੂਗੇਦਰਸ ਹੋ ਰਹੇ ਨੇ ਉੱਥੇ ਇੱਕ ਬਾਕਸ ਲੱਗਣੇ ਸ਼ੁਰੂ ਹੋ ਗਏ ਆ ਕਿ ਤੁਸੀਂ ਆਪਣਾ ਫੋਨ ਇੱਥੇ ਰੱਖ ਦਿਓ, ਜਾਂਦੇ ਹੋਏ ਤੁਸੀਂ ਲੈ ਜਾਇਓ ਜੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹੋ ਜਾਏਗਾ ਕਿ ਇੰਨੀ ਏਜ ਤੱਕ ਬੱਚਿਆਂ ਨੂੰ ਅਸੀਂ ਮੋਬਾਈਲ ਜਿਹੜੇ ਆ ਉਹ ਨਹੀਂ ਦੇ ਸਕਦੇ, ਗੈਜਟਸ ਤੋਂ ਉਹਨਾਂ ਨੂੰ ਦੂਰ ਰੱਖੀਏ। ਪਰ ਦੂਸਰੇ ਪਾਸੇ ਚੁਣੌਤੀ ਇਹ ਆ ਕਿ ਬੰਦੇ ਦਾ ਪਰਿਵਾਰ, ਬੰਦੇ ਦਾ ਵਪਾਰ, ਬੰਦੇ ਦਾ ਕਾਰੋਬਾਰ, ਬੰਦੇ ਦੀ ਜਿਹੜੀ ਪੜ੍ਹਾਈ ਆ ਉਹ ਸਾਰਾ ਕੁਝ ਜੁੜ ਹੀ ਗੈਜਟਸ ਦੇ ਨਾਲ ਗਈ ਆ। ਕਰੋਨਾ ਦੇ ਵਿੱਚ ਸਾਰੀ ਪੜ੍ਹਾਈ ਆਨਲਾਈਨ ਫੋਨਸ ਦੇ ਜ਼ਰੀਏ ਹੋਈ ਹੈ, ਲੈਪਟਾਪ ਦੇ ਉੱਤੇ ਹੋਈ ਹੈ। ਸੋ ਇਸੇ ਤਰੀਕੇ ਦੇ ਨਾਲ ਨਵੇਂ ਜਿਹੜੇ ਸਿਲੇਬਸ ਹੈ, ਹੋਰ ਸਾਰਾ ਕੁਝ ਹੈ, ਈਵਨ ਕਿ ਐਡਮਿਸ਼ਨ ਲੈਣੀ ਹੈ, ਫਾਰਮ ਤੁਸੀਂ ਉਹ ਆਨਲਾਈਨ ਭਰੋ। ਗੱਲ ਇਹ ਆ ਕਿ ਜਿਹੜੀਆਂ ਵਿਪਤਾਵਾਂ, ਜਿਹੜੀਆਂ ਮੁਸ਼ਕਲਾਂ, ਚੁਣੌਤੀਆਂ ਆਪ ਸਹੇੜੀਆਂ ਨੇ ਤੇ ਉਹ ਆਪ ਹੀ ਨਜਿੱਠਣੀਆਂ ਪੈਣਗੀਆਂ। ਹੁਣ ਇਸ ਦੇ ਨਾਲ ਚੱਲਣਾ ਪਊਗਾ। ਉਵੇਂ ਜਿਵੇਂ ਲੀਡਰਾਂ ਨੇ ਕਰੋਨਾ 'ਚ ਬਿਆਨ ਦਿੱਤੇ ਸੀ ਕਿ ਹੁਣ ਤਾਂ ਜੀ ਕਰੋਨਾ ਦੇ ਨਾਲ ਹੀ ਜੀਣਾ ਹੋਏਗਾ, ਉਹ ਗੱਲ ਹੈ ਨਾ ਤਾਂ ਹੁਣ ਤੁਸੀਂ ਇਸ ਬਿਮਾਰੀ ਤੋਂ ਦੂਰ ਹੋ ਸਕਦੇ ਹੋ ਤੇ ਨਾ ਹੀ ਇਸ ਤੋਂ ਜਿਹੜਾ ਹੈ ਵੱਖ ਹੋ ਕੇ ਜ਼ਿੰਦਗੀ ਜਿਉਂ ਸਕਦੇ ਹੋ। ਪਰ ਇਹਦੇ ਵਿੱਚ ਫੋਰਨ ਦੇ ਵਿੱਚ ਵੀ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਹੈਗੇ ਆ, ਪਰ ਉਹਨਾਂ ਦੇ ਉੱਪਰ YouTube ਜਾਂ Facebook ਦੇ ਜੋ ਵੀ ਕੁਝ ਚੱਲਦਾ, ਪਹਿਲੀ ਗੱਲ Facebook ਵਗੈਰਾ ਤਾਂ ਉਹਨਾਂ ਦੇ ਚੱਲਦੇ ਨੇ, ਟੈਬ ਤੱਕ ਬੱਚਿਆਂ ਨੂੰ ਦਿੱਤੇ ਹੁੰਦੇ ਆ। ਉਹਦੇ ਵਿੱਚ ਇੱਕ ਲਿਮਿਟਡ ਉਹਨਾਂ ਦੀ ਏਜ ਗਰੁੱਪ ਦੇ ਅੰਡਰ ਉਹ ਚੀਜ਼ਾਂ ਆਉਂਦੀਆਂ। ਦੂਜੀ ਚੀਜ਼ ਉਹ ਚਾਹ ਕੇ ਲੱਭਣ ਵੀ ਤਾਂ ਉਸ ਗੈਜਟ ਤੇ ਆਉਂਦੀ ਨਹੀਂ ਆ। ਇੱਦਾਂ ਦੀ ਸ਼ੁਰੂਆਤ ਵੱਲ ਜਾ ਸਕਦਾ ਸਾਡਾ ਤਰੱਕੀ ਦੀ ਰਾਹ ਤੇ ਜਾਂਦਾ ਭਾਰਤ? ਉਹ ਵੀ ਇੱਕ ਉਮਰ ਹੱਦ ਤੱਕ ਕਰ ਸਕਦੇ ਹੋ। ਲੋਕਾਂ ਨੇ ਕੀਤਾ ਵੀ ਹੋਇਆ, ਇੱਥੇ ਵੀ ਲੋਕਾਂ ਨੇ, ਪੇਰੈਂਟਸ ਨੇ ਕੀਤਾ ਹੋਇਆ ਕਿ ਕਿਹੜੀ ਐਪ ਦੇਣੀ ਹੈ, ਕਿਹੜੀ ਨਹੀਂ ਦੇਣੀ। ਪਰ ਜਨਰੇਸ਼ਨ ਕੀ ਹੈ, ਅਸੀਂ ਕਹਿੰਦੇ ਨੈਕਸਟ ਜਨਰੇਸ਼ਨ ਮੋਬਾਈਲ ਆਉਂਦਾ ਹੈ, ਉਹਦੇ ਆਪਾਂ ਕਹਿੰਦੇ ਨਾ ਕਿ ਨੈਕਸਟ ਜਨਰੇਸ਼ਨ ਤੁਹਾਡੇ ਨਾਲ ਐਡਵਾਂਸ ਹੁੰਦੀ ਹੈ। ਬਿਲਕੁਲ ਸਹੀ। ਮੈਨੂੰ ਕਿਸੇ ਬੱਚੇ ਨੇ ਮੈਂ ਲੌਕ ਲਾ ਕੇ ਦਿੱਤਾ ਤੇ ਉਸ ਬੱਚੇ ਨੇ ਉਹ ਲੌਕ ਕਰੈਕ ਕਰ ਦਿੱਤਾ ਤੇ ਉਹਨੇ ਪਾਸਵਰਡ ਹੀ ਚੇਂਜ ਕਰ ਦਿੱਤਾ, ਜਿਹੜਾ ਕਿ ਮੈਂ ਫੋਨ ਉਹਦੇ ਹੱਥ 'ਚ ਇਹ ਸੋਚ ਕੇ ਦਿੱਤਾ ਸੀ ਕਿ ਲੌਕ ਨਹੀਂ ਖੋਲ ਸਕਦਾ, ਤੇ ਉਹਨੇ ਜਿਹੜੇ ਮੇਰੇ ਹੱਥ ਫੜਾ ਦਿੱਤਾ ਤੇ ਉਹਨੂੰ ਮੈਂ ਕਦੇ ਨਹੀਂ ਸੀ ਖੋਲ ਸਕਦਾ, ਤੇ ਉਹਨੇ ਉਸ ਲੌਕ ਨੂੰ ਬ੍ਰੇਕ ਕਰਕੇ ਜਿਹੜਾ ਹੈ ਆਪਣਾ ਨਵਾਂ ਪਾਸਵਰਡ ਜਿਹੜਾ ਹੈ ਉਹ ਸੈੱਟ ਕਰ ਦਿੱਤਾ। ਤੇ ਜੇ ਤੁਸੀਂ ਕੋਈ ਐਪ ਰਿਮੂਵ ਵੀ ਕਰੋਗੇ ਉਹ ਡਾਊਨਲੋਡ ਵੀ ਹੋ ਸਕਦੀ ਹੈ। ਜਿਵੇਂ ਕਾਰ ਦੇ ਵਿੱਚ ਚਾਈਲਡ ਲੌਕ ਹੁੰਦੇ ਆ ਤੇ ਚਾਈਲਡ ਉਹਨੂੰ ਬਾਹਰੋਂ ਖੋਲ ਕੇ ਉਹਨੂੰ ਦੁਬਾਰਾ ਵੀ ਓਪਨ ਕਰ ਸਕਦਾ। ਸੋ ਕਹਿਣ ਤੋਂ ਭਾਵ ਇੱਥੇ ਤੁਹਾਡੇ ਜਿਹੜੇ ਵੱਲੋਂ ਦਿੱਤੇ ਜਾਂਦੇ ਬੱਚਿਆਂ ਨੂੰ ਸੰਸਕਾਰ ਨੇ ਉਹ ਰਿਚ ਹੋਣੇ ਚਾਹੀਦੇ ਆ, ਉਹ ਵੱਡੇ ਹੋਣੇ ਚਾਹੀਦੇ ਆ, ਉਹ ਵੱਡਮੁੱਲੇ ਹੋਣੇ ਚਾਹੀਦੇ ਆ। ਬਹੁਤ ਸਾਰੀਆਂ ਉਦਾਹਰਨਾਂ ਨੇ ਸਾਡੇ, ਖਾਸ ਕਰਕੇ ਇਸ ਕਲਚਰ ਦੇ ਵਿੱਚ ਜਿਸ ਦੇ ਵਿੱਚ ਆਪਾਂ ਜੰਮੇ ਜਾਏ ਪਲੇ ਆ, ਕਿ ਮਾਵਾਂ ਦਾ, ਦਾਦੀਆਂ ਦਾ, ਮਾਪਿਆਂ ਦਾ ਬਹੁਤ ਵੱਡਾ ਰੋਲ ਰਿਹਾ ਹੈ ਬਿਲਕੁਲ ਸਹੀ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ। ਮੈਂ ਹੁਣ ਉਹ ਉਦਾਹਰਨਾਂ ਵੱਲ ਨਹੀਂ ਜਾਊਂਗਾ, ਲੋਕਾਂ ਨੇ ਇਸ ਆਲੇ ਦੁਆਲੇ ਦਾ ਖਾਲੀਪਨ ਭਰਨ ਦੇ ਵਿੱਚ ਜੋ ਹੁਣ ਗੱਲ ਇਹ ਹੈ ਕਿ ਅਸੀਂ ਸਮਝਾ ਸਕਦੇ ਹਾਂ। ਰਾਹ ਬਹੁਤ ਚੁਣੌਤੀਆਂ ਵਾਲੇ ਆ। ਰਸਤਾ ਉਹ ਹੈ ਜਿਵੇਂ ਤੁਸੀਂ ਇੱਕ ਵੀਡੀਓ ਗੇਮ ਖੇਡਦੇ ਹੋ ਕਿ ਉਹਦੇ ਵਿੱਚ ਸਾਰੇ ਪਾਸਿਓਂ ਡਰੈਗਨਸ ਆ ਰਹੇ ਆ, ਭੂੰਡ ਭਮੱਕੜ ਆ ਰਹੇ ਆ, ਉਹ ਤੁਹਾਨੂੰ ਮਾਰਨ ਦੇ, ਤੁਸੀਂ ਉਹ ਰਸਤੇ ਦੇ ਵਿੱਚੋਂ ਬਚ ਕੇ ਜਿਹੜਾ ਹੈ ਨਿਕਲਣਾ। ਸੋ ਰਸਤਾ ਤੁਹਾਡੇ ਸਾਹਮਣੇ ਤਾਂ ਹੈ, ਪਰ ਰਸਤੇ ਦੇ ਵਿੱਚ ਜਿਹੜੀਆਂ ਔਕੜਾਂ ਨੇ ਉਹ ਹਾਈਡ ਨੇ, ਦਿਖ ਨਹੀਂ ਰਹੀਆਂ, ਮੁਸ਼ਕਿਲਾਂ ਨੇ। ਇਹ ਤੁਹਾਡੇ ਉੱਤੇ ਨਿਰਭਰ ਕਰਦਾ ਕਿ ਤੁਸੀਂ ਫੋਨ ਨੂੰ ਕਿਵੇਂ, ਕਿਸ ਹਾਲਤ, ਕਿਸ ਸੂਰਤ ਦੇ ਵਿੱਚ, ਕਿੰਨਾ ਤੇ ਕਿਸ ਤਰੀਕੇ ਦੇ ਨਾਲ ਵਰਤਣਾ। ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ, ਤੁਸੀਂ ਕੋਈ ਵੀ ਚੀਜ਼ ਗੂਗਲ ਕਰੋ, ਅੱਜ ਤੁਸੀਂ ਸਰਚ ਕਰੋ, ਤੁਹਾਡੇ ਫੇਸਬੁੱਕ, ਤੁਹਾਡੇ ਇੰਸਟਾਗ੍ਰਾਮ ਤੇ ਤੁਹਾਡੇ ਹੋਰ ਕੋਈ ਜਿਹੜੇ ਸੋਸ਼ਲ ਐਪਸ ਨੇ ਉਹ ਚੀਜ਼ਾਂ ਤੁਹਾਨੂੰ ਸਾਹਮਣੇ ਆਉਣ ਲੱਗ ਜਾਣਗੀਆਂ। ਮਿਸਾਲ ਦੇ ਤੌਰ ਤੇ ਤੁਸੀਂ ਕੋਈ ਫਰਨੀਚਰ ਸਰਚ ਕਰ ਲਓ, ਤੁਹਾਨੂੰ ਫੇਸਬੁੱਕ ਦੇ ਉੱਤੇ ਫਰਨੀਚਰ ਨਜ਼ਰ ਆਉਣ ਲੱਗ ਜਾਏਗਾ। ਸੋ ਉਹ ਤੋਂ ਪਤਾ ਲੱਗਦਾ ਜਿਹੜੀ ਤੁਹਾਡੇ ਜਿਹੜੀ ਅੰਦਰਲੀਆਂ ਜਿਗਿਆਸਾ ਹੈ, ਜਿਹੜਾ ਤੁਹਾਡਾ ਟੇਸਟ ਹੈ, ਉਹ ਉਸ ਤਰੀਕੇ ਦੇ ਨਾਲ ਕੈਚ ਹੁੰਦਾ ਹੈ। ਅਣਗਿਣਤ ਉਹਦੇ ਵਿੱਚ ਮਿਕਦਾਰ ਦੇ ਵਿੱਚ ਉਹ ਤੁਹਾਡੇ ਸਾਹਮਣੇ ਜਿਹੜਾ ਹੈ ਉਹ ਆਉਣਾ ਸ਼ੁਰੂ ਹੋ ਜਾਏਗਾ। ਹੁਣ ਤੁਸੀਂ ਆਪਦੇ ਬੱਚਿਆਂ ਨੂੰ ਮੋਬਾਈਲਾਂ ਦੇ ਉੱਤੇ ਕਿਤਾਬਾਂ ਪੜ੍ਹਨ ਲਈ ਤੋਰਨਾ ਹੈ ਜਾਂ ਉਹਨਾਂ ਨੂੰ ਕੋਈ ਹੋਰ ਸਾਈਟਾਂ ਵੇਖਣ ਲਈ ਤੋਰਨਾ ਹੈ ਜਾਂ ਕੁਝ ਕਰਨਾ ਹੈ, ਇਹ ਤੁਹਾਡੇ ਅੰਦਰ ਦੀ ਕਲਾ, ਤੁਹਾਡੇ ਪਰਿਵਾਰ ਦਾ, ਤੁਹਾਡੇ ਘਰ ਦਾ ਮਾਹੌਲ ਤੇ ਪੈਦਾ ਕੀਤੇ ਤੇ ਦਿੱਤੇ ਗਏ ਸਿਧਾਂਤ ਦੇ ਉੱਤੇ ਨਿਰਭਰ ਕਰਦਾ। ਬਿਲਕੁਲ ਸਹੀ ਗੱਲ ਹੈ। ਨਵਾਂ ਜ਼ਮਾਨਾ ਤੇ ਨਵੀਂ ਤਰ੍ਹਾਂ ਦੀ ਟੈਕਨੀਕਸ ਦੇ ਨਾਲ ਨਵੇਂ ਚੈਲੰਜ ਸਾਡੇ ਸਾਹਮਣੇ ਆ, ਜਿਨ੍ਹਾਂ ਨੂੰ ਫੇਸ ਵੀ ਸਾਨੂੰ ਕਰਨਾ ਹੋਊਗਾ, ਕਿਉਂਕਿ ਤਰੱਕੀ ਜਿਹੜੀ ਆ ਉਹ ਅਸੀਂ ਹੀ ਮਾਣ ਰਹੇ ਹਾਂ। ਸੋ ਇਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਮੈਨੂੰ ਤੇ ਨਵਜੋਤ ਧਾਲੀਵਾਲ ਜੀ ਨੂੰ ਦਿਓ ਇਜਾਜ਼ਤ। ਸ਼ੁਕਰੀਆ।